पंजाब साडे नाल तुहाडे नाल काहदा पंजाब है? तुहानूं तो कोई वड़न नहीं दिंदा। इन्हां ने पंजाब दे नाल दुश्मनी कमाई। ये कहंदे ने भी पाकिस्तान डंडा खड़ा करके रखना है। हुण कैप्टन इन्हां नाल रलण दी कोशिश कर रहा, वो भी यही डंडा खड़काउण दी गल करदा। सो ये पंजाब दा अमन चैन नहीं चाहुंदे। करतारपुर दा लांघा जिद्दां खोलिया उद्दां इमरान खान ने कहता कि चलो हुण शायद साडे दोहे देश गरीब ने, इन्हां दा अर्थचारा सुधर जे, भी साडे होर संबंध व्यापार वगैरह। तो सुषमा स्वराज जी हुण तां नहीं रहे संसार 'च। वो कहंदे ना 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 ये गल ना करियो। ये भी कहंदी है भी जिहड़ा पंजाब दा सिख है वो तां साडा खड़कधारी हिंदू है। हुण ये मैनूं कोई भी दस दे भी सिख जिहड़े ने वो खड़कधारी हिंदू ने। बीजेपी कहंदी है भी जिहड़ा लंगर है इहदी तां प्रथा साडी भी हैगी सी। कोई दस दे भी लंगर की प्रथा पहलां हिंदुआं दी हैगी सी ते रोटी खिलाउणा होर गल है, भंडारा करना होर गल है। लंगर लंगर बहुत वड्डी गल है। लंगर एक असूल है, संगत ते पंगत, ये फलसफा है। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਟੋਕੀਓ 올림픽 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸ਼ਾਬਾਸ਼ੀ ਦਿੰਦਿਆਂ ਉਹਨਾਂ ਦੀ ਇੱਛਾ ਅਨੁਸਾਰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਜੋ ਬਣਨਾ ਚਾਹੁੰਦੇ ਹੋ ਵੀ ਆਰ ਵਿਦ ਯੂ, ਤੁਹਾਡੀ ਆਪਣੀ ਚੁਆਇਸ ਹੈ। ਤੁਸੀਂ ਪੀਸੀਐਸ ਲੱਗਣਾ ਕਿ ਡੀਐਸਪੀ ਲੱਗਣਾ, ਉਹ ਤੁਹਾਡੇ ਤੇ ਹੈ। ਇਹਨਾਂ ਦੇ ਨਾਮ ਤੇ ਇੱਕ ਪੰਜਾਬ ਦੇ ਵਿੱਚ 11 ਸਟੇਡੀਅਮ ਬਣ ਗਏ। ਇਸ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਿਡਾਰੀਆਂ ਦੇ ਨਾਮ ਤੇ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ। ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਤੁਹਾਡੀ ਆਪਣੀ ਪੰਜਾਬ ਸਰਕਾਰ। ਕਿ ਦਾਅਵਾ ਕਰ ਰਹੇ ਨੇ ਡਾਕਟਰ ਸਾਹਿਬ, ਤੋਂ ਕਹਿੰਦੇ ਕਿ ਜਾਂ ਤਾਂ ਵੱਡੀ ਧਿਰ ਹੋਵਾਂਗੇ ਜਾਂ ਫਿਰ ਪੰਜਾਬ ਦੀ ਸਾਡੀ ਸਰਕਾਰ ਬਣਨ ਜਾ ਰਹੀ ਹੈ। ਇਹ ਗੱਲ ਕਹਿ ਰਹੇ ਨੇ, ਕਹਿੰਦੇ ਕਿ ਪੂਰਾ ਪੰਜਾਬ ਪਿਆਰ ਕਰ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ। ਕਹਿੰਦੇ ਦੇਖਿਓ ਥੋੜੇ ਦਿਨਾਂ ਤੱਕ ਹਵਾ ਬਦਲ ਦੇਣੀ ਅਸੀਂ। ਇਸ ਗੱਲ ਦਾ ਦਾਅਵਾ ਕਰਦੇ ਔਨ ਰਿਕਾਰਡ। ਕਹਿੰਦਾ ਵੀ ਚੱਲ ਪਹਿਲਾਂ ਕੁੱਟੀ ਜਾਂਦਾ ਵੀ ਹੁਣ ਮੈਂ ਮੁੜ ਕੇ ਮੱਢ ਮੜਾ ਕੇ ਨਾ ਇਹਨੂੰ ਆਪਦੇ ਨਾਲ ਕਰਨਾ। ਜਿਨ੍ਹਾਂ ਨੂੰ ਕੁਚਲ ਕੇ ਮਾਰਦੇ ਸੀ ਉਹਨਾਂ ਨੂੰ ਹੁਣ ਕਹਿੰਦੇ ਨੇ ਅਸੀਂ ਤਾਂ ਇਹ ਸਾਡੇ ਭਰਾ ਨੇ, ਅਸੀਂ ਇਹਨਾਂ ਤੋਂ ਮਾਫੀ ਮੰਗ ਲਾਂਗੇ। ਦੇਸ਼ ਕੇ ਗਦਾरों को गोली मारो सालों को, ਉਹਨਾਂ ਤੋਂ ਨਹੀਂ ਡਰੇ। ਬਾਅਦ 'ਚ ਗੱਲਾਂ ਕਰਦੇ ਨੇ ਵਿਚਾਰੇ, ਇਹਨਾਂ ਨੂੰ ਆਪ ਹੀ ਉਹ ਕਹਿੰਦੇ ਨੇ ਵੀ ਪੜ੍ਹ ਖਰੇ ਬੂਝੀ ਅਗਲੀ ਲਾਈਨ ਚਲੋ ਨਾ ਹੀ ਗਈ। ਵੋਟ ਮੰਗ ਲਈ, ਮਰਿਆਦਾ ਤੋੜ ਕੇ ਪਾਸ ਹੋਏ ਨੇ ਜਿਹੜੇ ਕਾਨੂੰਨ, ਉਹ ਕਾਨੂੰਨ ਗੈਰ ਕਾਨੂੰਨੀ ਨੇ, ਉਹ ਗਲਤ ਨੇ, ਉਹ ਨਹੀਂ ਮੰਨੇ ਜਾ ਸਕਦੇ। ਇਹ ਲਿਖਣ ਵਿੱਚ ਸਿੰਘ ਚੰਨੀ ਹੁਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਸਾਰੀਆਂ ਪਾਰਟੀਆਂ ਨੇ ਮੀਟਿੰਗ ਅਸੀਂ ਇਕੱਠਿਆਂ ਬਹਿ ਕੇ ਕੀਤੀ, ਸਰਵ ਪਾਰਟੀ ਮੀਟਿੰਗ ਹੋ ਗਈ। ਉਹਨਾਂ ਨੇ ਕਿਹਾ ਕਿ ਇਹ ਗੈਰ ਸੰਵਿਧਾਨਕ ਨੇ, ਤੁਸੀਂ ਉਹਨਾਂ ਨੂੰ ਸਿਰੇ ਤੋਂ ਖਾਰਜ ਕਰ ਦਿੰਦੀ ਹੈ, ਰੱਦ ਕਰ ਦਿੰਦੀ ਹੈ, ਤਾਂ ਕਿ ਕੇਂਦਰ ਵੱਲੋਂ ਜੋ ਲਾਗੂ ਕੀਤੇ ਜਾਂ ਲੈ ਕੇ ਆਂਦੇ ਗਏ ਜੋ ਕਾਨੂੰਨ ਨੇ ਉਹ ਪੰਜਾਬ ਦੇ ਵਿੱਚ ਖਾਰਜ ਹੋ ਜਾਣਗੇ, ਰੱਦ ਹੋ ਜਾਣਗੇ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਬੀਜੇਪੀ ਦਾ ਪੰਜਾਬ 'ਚ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਔਰ 2022 ਦੇ ਚੋਣਾਂ ਨੂੰ ਲੈ ਕੇ ਇਸੇ ਵਿਚਾਲੇ ਬੀਜੇਪੀ ਨੇ ਆਪਣੀ ਕੈਂਪੇਨ ਵੀ ਸ਼ੁਰੂ ਕਰ ਦਿੱਤੀ ਹੈ ਤੇ ਨਵਾਂ ਨਾਅਰਾ ਦਿੱਤਾ ਹੈ, ਨਵਾਂ ਪੰਜਾਬ ਭਾਜਪਾ ਦੇ ਨਾਲ। ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਭਾਜਪਾ ਜਾਂ ਤਾਂ ਵੱਡੀ ਧਿਰ ਵਜੋਂ ਉੱਭਰ ਕੇ ਆਏਗੀ, ਨਹੀਂ ਤਾਂ ਫਿਰ ਭਾਜਪਾ ਸਰਕਾਰ ਵੀ ਬਣਾ ਸਕਦੀ ਹੈ। ਸਰਕਾਰ ਬਣਾਉਣ ਦਾ ਵੀ ਦਾਅਵਾ ਕੀਤਾ ਜਾ ਰਿਹਾ। ਤਮਾਮ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਆਉਣ ਵਾਲੇ ਸਿਆਸੀ ਰੰਗ ਰੂਪ ਕੀ ਹੋਣਗੇ। ਸਿਆਸੀ ਟਿੱਪਣੀਕਾਰ ਡਾਕਟਰ ਪਿਆਰੇ ਲਾਲ ਗਰਗ ਜੀ ਸਾਡੇ ਨਾਲ ਨੇ। ਗਰਗ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਗਰਗ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ, ਇੱਕ ਪਾਸੇ ਬੀਜੇਪੀ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ, ਉਸੇ ਵਿਚਾਲੇ ਮੀਟਿੰਗ ਕਰਕੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਨਵਾਂ ਨਾਅਰਾ ਦੇ ਦਿੱਤਾ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ। ਅਸਲ 'ਚ ਉਹ ਵਿਚਾਰੇ ਕਰਨ ਕੀ, ਲੋਕਾਂ ਨੂੰ ਤਾਂ ਦਿਖਾਉਣਾ ਵੀ ਅਸੀਂ ਤਾਂ ਬਹੁਤ ਤਕੜੇ ਹਾਂ। ਇਹਨਾਂ ਦੀ ਇਹ ਗੱਲ ਹੈ, ਇੱਕ ਪਿੰਡ 'ਚ ਨਾ ਇੱਕ ਮੁੰਡਾ ਆਪਣੀ ਮਾਂ ਨੂੰ ਜਾ ਕੇ ਪੁੱਛਣ ਲੱਗ ਗਿਆ, ਕਹਿੰਦੀ ਮਾਂ ਜੇ ਉਹ ਨੰਬਰਦਾਰ ਮਰ ਜੇ, ਕਹਿੰਦਾ ਤੇ ਆਪਣੇ ਨੰਬਰਦਾਰ ਕੌਣ ਬਣੂ? ਕਹਿੰਦੀ ਪੁੱਤ ਫਲਾਣਾ ਬਣੂ। ਉਹ ਕਹਿੰਦਾ ਜੇ ਉਹ ਮਰ ਜੇ, ਕਹਿੰਦਾ ਫਲਾਣਾ। ਫਿਰ ਕਹਿੰਦਾ ਉਹ ਮਰ ਜੇ ਫਲਾਣਾ, ਉਹ ਮਰ ਜੇ ਫਲਾਣਾ। ਮਾਂ ਸਮਝ ਗਈ ਵੀ ਇਹ ਕੀ ਚਾਹੁੰਦਾ। ਕਹਿੰਦੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਤਾਂ ਇਹ ਨਹੀਂ ਬਣਨਾ ਨੰਬਰਦਾਰ। ਸੋ ਬੀਜੇਪੀ ਦਾ ਇਹ ਹਾਲ ਹੈ ਵੀ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਹਨਾਂ ਨੂੰ ਕੁਛ ਨਹੀਂ ਮਿਲਣਾ। ਜਗ੍ਹਾ ਜਗ੍ਹਾ 'ਤੇ ਇਹਨਾਂ ਦਾ ਵਿਰੋਧ ਹੈ। ਚਲੋ ਛੱਡੋ, ਜਿਹੜੀ ਇਹਨਾਂ ਦੀ ਆਪਦੀ ਕੌਂਸਟੀਚੁਐਂਸੀ ਕਹਿੰਦੇ ਸੀ ਵਪਾਰੀ ਇਹਨਾਂ ਦੇ ਆ ਬਢਾਡੇ ਦੇ, ਬਰੇਟੇ ਦੇ, ਮਾਲਵੇ ਦੇ ਵਪਾਰੀ ਇਹਨਾਂ ਦੇ ਉਲਟ ਹੋਏ ਨੇ। ਮਾਲਵੇ ਜਿੱਥੇ 100 ਸਕੂਲ ਇਹਨਾਂ ਦਾ ਸਰਸਵਤੀ ਵਿਦਿਆ ਮੰਦਰ ਚੱਲਦਾ, ਉੱਥੋਂ ਦਾ ਆੜ੍ਹਤੀਆ ਇਹਨਾਂ ਦੇ ਉਲਟ ਹੋਇਆ ਹੋਇਆ ਅਤੇ ਬਾਕੀ ਪੰਜਾਬ ਦਾ ਹੋਇਆ ਹੋਇਆ। ਇਹ ਐਵੇਂ ਭੁਲੇਖੇ ਖਾਮ ਖਿਆਲੀ 'ਚ ਨੇ ਜਿਹੜੇ ਬੰਦੇ ਪੰਜਾਬ ਦਾ ਪਾਣੀ ਪੀ ਕੇ ਪੰਜਾਬ ਦੇ ਉਲਟ ਬੋਲਦੇ ਨੇ। ਸਾਰਾ ਇਹ ਤਾਂ ਸਾਰਾ ਕੁਛ ਕੇਂਦਰ ਦੇ ਹੱਥ ਦਿੰਦੇ ਨੇ। ਕਿਸਾਨਾਂ ਨੂੰ ਜਿਹੜੇ ਅੱਜ ਕਹਿੰਦੇ ਨੇ ਕਿਸਾਨ ਤਾਂ ਸਾਡੇ ਭਰਾ ਨੇ, ਪਹਿਲਾਂ ਕਹਿੰਦੇ ਇਹ ਤਾਂ ਕਿਸਾਨ ਹੈ ਹੀ ਨਹੀਂ, ਤਾਂ ਮਵਾਲੀ ਨੇ। ਇੱਕ ਦਿਨ ਇਹਨਾਂ ਨੇ ਆਪਦੀ ਉਹਨੂੰ ਕਰੇ MP ਨੂੰ ਟੋਕਿਆ ਵੀ ਤੂੰ ਮਵਾਲੀ ਕਿਵੇਂ ਕਹਤਾ ਇਹਨਾਂ ਨੂੰ। ਇੱਕ ਦਿਨ ਇਹਨਾਂ ਨੇ ਗੱਲ ਕਰੀ ਵੀ ਇਹ ਜਿਹੜਾ ਟੇਨੀ ਮਿਸ਼ਰਾ ਨੇ ਕਿਸਾਨਾਂ ਨੂੰ ਉੱਥੇ ਦਰੜ ਕੇ ਮਾਰਤਾ ਅਤੇ ਇਹਨੂੰ ਅੰਦਰ ਕਰਨਾ ਚਾਹੀਦਾ, ਇਹਨੂੰ ਗੱਦੀ ਤੋਂ ਲਾਹੋ। ਉਹ ਤਾਂ ਗ੍ਰਹਿ ਮੰਤਰੀ, ਰਾਜ ਗ੍ਰਹਿ ਮੰਤਰੀ ਹੁਣ ਵੀ ਹੈ। ਕੱਲ੍ਹ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਨਾਲ ਕੱਲ੍ਹ ਵੀ ਮੀਟਿੰਗ ਦੇ ਵਿੱਚ ਬੈਠਾ ਸੀ। ਉਹੀ ਕਹਿ ਰਿਹਾ। ਸੋ ਜਦ ਤੁਸੀਂ ਇਹੋ ਜਿਹੇ ਕੰਮ ਕਰਦੇ ਹੋ ਅਤੇ ਦੂਜੇ ਪਾਸੇ ਤੁਸੀਂ ਵੋਟਾਂ ਚਾਹੁੰਦੇ ਹੋ, ਤੁਸੀਂ ਕਹਿੰਦੇ ਹੋ ਅਸੀਂ ਪੰਜਾਬ ਦੇ ਉੱਤੇ, ਪੰਜਾਬ ਸਾਡੇ ਨਾਲ, ਤੁਹਾਡੇ ਨਾਲ ਕਾਹਦਾ ਪੰਜਾਬ ਹੈ?
ਤੁਹਾਨੂੰ ਤਾਂ ਕੋਈ ਵੜਨ ਨਹੀਂ ਦਿੰਦਾ। ਜਿਹੜਾ ਜਿਵੇਂ ਆਹ ਇਹਨਾਂ ਦਾ ਹਰਜੀਤ ਗਰੇਵਾਲ ਸੀ, ਉਹ ਇੱਕ ਕੋਈ ਲੜਕਾ ਚੱਲਿਆ ਜਾ ਰਿਹਾ ਸੀ, ਉਹਨੇ ਦੇਖ ਲਿਆ ਵੀ ਇਹ ਹਰਜੀਤ ਗਰੇਵਾਲ ਜਾ ਰਿਹਾ, ਇਹਦੀ ਪੂਰੀ ਸਿਕਿਉਰਿਟੀ ਆ ਰਾਜਪੁਰੇ 'ਚ ਘੁੰਮਦੇ ਫਿਰੇ, ਹੋਰ ਹੀ ਪਾਸੇ ਘੁੰਮ ਗਿਆ, ਕਿਉਂਕਿ ਉਹ ਕੱਡੇ ਨੇ ਇਹਨੂੰ ਭਜਾ ਲਿਆ ਸੀ, ਇਹਦੇ ਨਾਲ ਸਿਕਿਉਰਿਟੀ ਉਹ ਕੱਢਾ। ਸੋ ਇਸ ਕਰਕੇ ਇਹਨਾਂ ਨੂੰ ਇਹ ਭੁਲੇਖਾ ਹੈ, ਇਹਨਾਂ ਨੇ ਪੰਜਾਬ ਦੇ ਨਾਲ ਦੁਸ਼ਮਣੀ ਕਮਾਈ ਹੈ। ਔਰ ਪੰਜਾਬ ਦੇ ਨਾਲ ਦੁਸ਼ਮਣੀ ਕਮਾਉਣ ਦੇ ਮੈਂ 3-4 ਗੱਲਾਂ ਦੱਸ ਦਿੰਦਾ ਕੀ ਕਰੀਆਂ ਨੇ। ਪਹਿਲੀ ਗੱਲ, ਇਹਨਾਂ ਨੇ ਕਿਸਾਨੀ ਬਿੱਲਾਂ ਦੇ ਹੱਕ 'ਚ ਬੋਲ ਕੇ ਕਿਸਾਨਾਂ ਨੂੰ ਮਵਾਲੀ, ਗੁੰਡੇ, ਬਦਮਾਸ਼, ਨਕਸਲਾਈਟ, ਖਾਲਿਸਤਾਨੀ, ਅੱਤਵਾਦੀ, ISI ਦੇ ਏਜੰਟ, ਬੇਲੜ ਕਹਿ ਕੇ ਨਿੰਦਿਆ। ਅਤੇ ਉਹਦੇ ਨਾਲ ਨੈਚੁਰਲੀ ਪੰਜਾਬ 'ਚ ਤਾਂ ਕਿੰਨੀ ਕਿਸਾਨੀ ਹੈ, 35% ਤਾਂ ਲੋਕ ਕਿਸਾਨੀ 'ਚ ਇੰਪਲਾਇਮੈਂਟ ਹੈ, 36% ਤਾਂ। ਸੋ ਉਹ ਦੁਖੀ ਹੋਣੇ ਹੀ ਨੇ। ਫਿਰ ਇਹਨਾਂ ਨੇ ਦੂਜਾ ਕੰਮ ਕੀ ਕਰਿਆ ਕਿ ਜਿੰਨੇ ਪੰਜਾਬ ਦੇ ਹੱਕ ਕੇਂਦਰ ਨੇ ਖੋਲ੍ਹੇ ਨੇ, ਇਹਨੇ ਉਹਨੂੰ ਜਸਟੀਫਾਈ ਕਰਨਾ। ਹੁਣ BSF ਲਾਈ ਆ ਉਰੇ, ਇਹ ਤਾਂ ਕਹਿੰਦੇ ਠੀਕ ਲਾਈ ਆ। ਇਹ ਕਹਿੰਦੇ ਪੰਜਾਬ 'ਚ ਤਾਂ ਅੱਤਵਾਦੀ ਬੜੇ ਆ ਰਹੇ ਨੇ। ਇਹ ਪਾਕਿਸਤਾਨ ਨਾਲ ਜਿਹੜੇ ਪੰਜਾਬ ਦੇ ਲੋਕ ਨੇ, ਇੱਥੋਂ ਦੀਆਂ ਸਾਹਿਤ ਸਭਾਵਾਂ, ਇੱਥੋਂ ਦੇ ਲੇਖਕ, ਇੱਥੋਂ ਦੇ ਆਮ ਬੁੱਧੀਜੀਵੀ, ਇੱਥੋਂ ਦੇ ਆਮ ਨੌਜਵਾਨ 15 ਅਗਸਤ ਨੂੰ ਜਾ ਕੇ ਉੱਥੇ ਦੀਵੇ ਬਾਲਦੇ ਨੇ ਸਰਹੱਦ 'ਤੇ, ਅਮਨ ਦੀ ਗੱਲ ਕਰਦੇ ਨੇ। ਇਹ ਕਹਿੰਦੇ ਨੇ ਵੀ ਪਾਕਿਸਤਾਨ ਡੰਡਾ ਖੜਕਾ ਕੇ ਰੱਖਣਾ। ਹੁਣ ਕੈਪਟਨ ਇਹਨਾਂ ਨਾਲ ਰਲਣ ਦੀ ਕੋਸ਼ਿਸ਼ ਕਰ ਰਿਹਾ, ਉਹ ਵੀ ਇਹੀ ਡੰਡਾ ਖੜਕਾਉਣ ਦੀ ਗੱਲ ਕਰਦਾ। ਸੋ ਇਹ ਪੰਜਾਬ ਦਾ ਅਮਨ ਚੈਨ ਨਹੀਂ ਚਾਹੁੰਦੇ। ਪਾਕਿਸਤਾਨ ਨਾਲ ਸਾਡਾ 36 ਦਾ ਅੰਕੜਾ ਹਮੇਸ਼ਾ ਹੀ ਰਿਹਾ, 4 ਜੰਗਾਂ ਹੋ ਚੁੱਕੀਆਂ, ਅਤੇ ਜੰਗ ਦੇ ਦੌਰਾਨ ਵੀ ਕਦੀ ਪੰਜਾਬ ਦੇਸ਼ ਦਾ ਪਾਕਿਸਤਾਨ ਨਾਲ ਵਪਾਰ ਬੰਦ ਨਹੀਂ ਹੋਇਆ। ਉਹ ਵਪਾਰ ਕਰਾਚੀ ਰਾਹੀਂ ਹੁੰਦਾ ਰਿਹਾ। ਅਤੇ ਅਸੀਂ ਪਾਕਿਸਤਾਨ ਨੂੰ ਵਪਾਰ ਦੇ ਮਾਮਲੇ 'ਚ ਜਿਹੜੀ ਅਸੀਂ ਕਹਿੰਦੇ ਹਾਂ ਵੀ ਤਰਜੀਹੀ ਦਰਜਾ ਦਿੱਤਾ ਹੈ, ਪ੍ਰੈਫਰਡ ਨੇਸ਼ਨ ਕਹਿੰਦੇ ਨੇ ਇਹਨੂੰ, ਤਰਜੀਹੀ ਦਰਜਾ ਦਿੱਤਾ ਹੋਇਆ। ਜੇ ਵਪਾਰ ਕਰਾਚੀ ਰਾਹੀਂ ਹੋ ਸਕਦਾ ਹੈ ਤਾਂ ਲਾਹੌਰ ਤੋਂ ਅੰਮ੍ਰਿਤਸਰ ਦਾ 50 ਕਿਲੋਮੀਟਰ ਦੇ ਡਿਸਟੈਂਸ ਕਿਉਂ ਨਹੀਂ ਹੋ ਸਕਦਾ? ਸੜਕ ਰਾਹੀਂ ਕਿਉਂ ਨਹੀਂ ਹੋ ਸਕਦਾ? ਬਾਘਾ ਬਾਰਡਰ ਰਾਹੀਂ ਕਿਉਂ ਨਹੀਂ ਹੋ ਸਕਦਾ? ਹੁਸੈਨੀਵਾਲਾ 'ਚ ਕਿਉਂ ਨਹੀਂ ਹੋ ਸਕਦਾ? ਸੁਲੇਮਾਨ ਕੀ ਬਾਰਡਰ 'ਤੇ ਕਿਉਂ ਨਹੀਂ ਹੋ ਸਕਦਾ? ਕਰਤਾਰਪੁਰ ਦਾ ਲਾਂਘਾ ਜਿੱਦਾਂ ਖੋਲ੍ਹਿਆ, ਉੱਦਾਂ ਇਮਰਾਨ ਖਾਨ ਨੇ ਕਹਿਤਾ ਕਿ ਚਲੋ ਹੁਣ ਸ਼ਾਇਦ ਸਾਡੇ ਦੋਹੇ ਦੇਸ਼ ਗਰੀਬ ਨੇ, ਇਹਨਾਂ ਦਾ ਅਰਥਚਾਰਾ ਸੁਧਰ ਜੇ, ਵੀ ਸਾਡੇ ਹੋਰ ਸੰਬੰਧ ਵਪਾਰ ਵਗੈਰਾ। ਤਾਂ ਸੁਸ਼ਮਾ ਸਵਰਾਜ ਜੀ ਹੁਣ ਤਾਂ ਨਹੀਂ ਰਹੇ ਸੰਸਾਰ 'ਚ, ਉਹ ਕਹਿੰਦੇ ਨਾ ਇਹ ਗੱਲ ਨਾ ਕਰਿਓ, ਇਹ ਸਿਰਫ ਲਾਂਘਾ ਹੀ ਖੁੱਲ੍ਹਿਆ, ਉਹ ਲਾਂਘੇ 'ਚ ਵੀ 100 ਅੜਚਣਾਂ ਆਈਆਂ। ਸੋ ਜਿਹੜੀ BJP ਪੰਜਾਬ ਦੀ ਪੰਜਾਬੀ ਭਾਸ਼ਾ BJP ਦੀ ਸਰਕਾਰ ਹੈ ਨਾ ਕੇਂਦਰ 'ਚ। ਹੁਣ ਹੀ ਇਹਨਾਂ ਨੇ ਰੌਲਾ ਤਾਂ ਪਿਆ ਕਿ ਇਹਨਾਂ ਨੇ ਕਹਿਤਾ ਵੀ ਪੰਜਾਬੀ ਜਿਹੜੀ ਹੈ ਇਹ ਬਾਕੀ ਭਾਸ਼ਾਵਾਂ, ਖੇਤਰੀ ਭਾਸ਼ਾਵਾਂ ਜਿਹੜੀਆਂ ਨੇ ਇਹ ਗੌਣ ਭਾਸ਼ਾਵਾਂ ਨੇ, ਮਾਈਨਰ ਵਿਸ਼ੇ ਨੇ। ਹਿੰਦੀ ਕੋਰ, ਅੰਗਰੇਜ਼ੀ ਕੋਰ ਜਿਹੜੇ ਮੇਜਰ ਵਿਸ਼ੇ ਨੇ। ਜਿਨ੍ਹਾਂ ਨੇ ਇਹ ਕਿਹਾ ਹੈ, ਇਹਦਾ ਮਤਲਬ ਪੰਜਾਬ ਨੂੰ ਥੱਲੇ ਲਾਇਆ। ਪਰ ਇਹ ਹੁਣ ਹੀ ਨਹੀਂ ਹੋਇਆ, ਇਹ ਜਨਵਰੀ 2021 'ਚ CBSE ਨੇ ਵਿਸ਼ੇ ਵੰਡਤੇ। ਵਿਸ਼ਾ ਨੰਬਰ 1 ਉਹਦੇ 'ਚ ਅਸੀਂ ਚਾਰੇ ਰੱਖਤੇ, ਹਿੰਦੀ ਕੋਰ, ਅੰਗਰੇਜ਼ੀ ਕੋਰ। ਵਿਸ਼ਾ ਨੰਬਰ 2 ਇਹ ਚਾਰੇ ਵੀ ਪਾਤੇ, ਬਾਕੀ ਭਾਸ਼ਾ ਵੀ ਪਾਤੀਆਂ। ਇਹਦਾ ਮਤਲਬ ਸਾਨੂੰ ਪਹਿਲਾਂ ਹੀ ਦੂਜੀ ਲਾਈਨ 'ਚ ਬਿਠਾਤਾ, ਉਹ 'ਚ ਵੀ ਪਿੱਛੇ, ਉਹ 'ਚ ਅੱਗੇ ਦੂਜੀ ਲਾਈਨ 'ਚ ਵੀ ਅੱਗੇ ਆਪਦੇ ਬਿਠਾਏ। ਸੋ ਸਾਨੂੰ ਪਹਿਲੀ ਲਾਈਨ 'ਚੋਂ ਕਿਉਂ ਕੱਢਿਆ? ਪਹਿਲੇ 'ਚ ਵੀ ਸਾਰੇ ਭਾਸ਼ਾ ਪਾ ਦਿਓ, ਦੂਜੇ 'ਚ ਸਾਰੀਆਂ ਭਾਸ਼ਾ ਪਾ ਦਿਓ। ਜਿਹਨੇ ਉਤਲੇ ਇੱਕ ਲੈਣੀ ਉਹ ਇੱਕ ਉੱਥੋਂ ਲੈ ਲਈ, ਇੱਕ ਥੱਲਿਓਂ ਲੈ ਲਈ, ਜਿਹੜੀ ਉੱਤੇ ਲੈ ਲਈ ਉਹ ਥੱਲਿਓਂ ਨਹੀਂ ਲੈਣੀ। ਸਾਨੂੰ ਪਿੱਛੇ ਕਰਤਾ। ਹੁਣ ਉਹਦਾ ਅਗਲਾ ਸਟੈਪ ਲੈ ਲਿਆ, ਉਹ ਹੈਗਾ ਇਹਨੂੰ ਕਹਤਾ ਵੀ ਇਹ ਮੇਜਰ ਸਬਜੈਕਟ ਨਹੀਂ ਹੈ, ਮਾਈਨਰ ਹੈ। ਹੌਲੀ ਹੌਲੀ ਕਹਿਣਗੇ ਇਸ ਸਬਜੈਕਟ ਦਾ ਕੋਈ ਮਤਲਬ ਵੀ ਨਹੀਂ ਹੈ। ਔਰ ਇੱਕ ਜਗ੍ਹਾ 'ਤੇ ਇਹਨਾਂ ਨੇ BJP ਵਾਲਿਆਂ ਨੂੰ ਤਾਂ ਪਾਏ ਵੀ ਹੋਇਆ, ਜਿਹੜੀਆਂ ਇਹ ਭਾਸ਼ਾ ਨੇ ਖੇਤਰੀ 'ਚ ਥੱਲੇ ਔਰ ਪਾ ਕੇ ਰਿਸ਼ਤਾ ਗਰੁੱਪ A ਸਬਜੈਕਟ, ਜਾਣੀ ਕਿ ਲਓ ਹੀ ਨਾ ਚਾਹੇ ਗਰੁੱਪ A 'ਚੋਂ ਕੋਈ ਇੱਕ ਸਬਜੈਕਟ ਲੈ ਲਓ। ਸੋ ਜਦ BJP ਇਹਨਾਂ ਗੱਲਾਂ ਨੂੰ ਕਰ ਰਹੀ ਹੈ, BJP ਨੇ ਰੌਲਾ ਪਾ ਕੇ ਇੱਥੇ ਹਿੰਦੀ ਭਾਸ਼ਾ ਦਿਖਾਈ ਵੀ ਸਾਡੀ ਤਾਂ ਭਾਸ਼ਾ ਹੀ ਹਿੰਦੀ ਹੈ। ਇਹਨਾਂ ਗੱਲਾਂ ਨੂੰ ਅਸੀਂ ਜਦ ਦੇਖਦੇ ਹਾਂ, BJP ਕਹਿੰਦੀ ਹੈ ਵੀ ਜਿਹੜਾ ਪੰਜਾਬ ਦਾ ਸਿੱਖ ਹੈ ਉਹ ਤਾਂ ਸਾਡਾ ਖੜਗਧਾਰੀ ਹਿੰਦੂ ਹੈ। ਹੁਣ ਇਹ ਮੈਨੂੰ ਕੋਈ ਵੀ ਦੱਸ ਦੇ ਵੀ ਸਿੱਖ ਜਿਹੜੇ ਨੇ ਉਹ ਖੜਗਧਾਰੀ ਹਿੰਦੂ ਨੇ। BJP ਕਹਿੰਦੀ ਹੈ ਵੀ ਜਿਹੜਾ ਲੰਗਰ ਹੈ ਇਹਦੀ ਤਾਂ ਪ੍ਰਥਾ ਸਾਡੀ ਵੀ ਹੈਗੀ ਸੀ। ਉਹ ਕੋਈ ਦੱਸ ਦੇ ਵੀ ਲੰਗਰ ਦੀ ਪ੍ਰਥਾ ਪਹਿਲਾਂ ਹਿੰਦੂਆਂ ਦੀ ਹੈਗੀ ਸੀ, ਤੇ ਰੋਟੀ ਖਿਲਾਉਣਾ ਹੋਰ ਗੱਲ ਹੈ, ਭੰਡਾਰਾ ਕਰਨਾ ਹੋਰ ਗੱਲ ਹੈ। ਲੰਗਰ ਬਹੁਤ ਵੱਡੀ ਗੱਲ ਹੈ। ਲੰਗਰ ਇੱਕ ਅਸੂਲ ਹੈ, ਸੰਗਤ ਤੇ ਪੰਗਤ, ਇਹ ਫਲਸਫਾ ਹੈ। ਉਹ ਫਲਸਫਾ ਤਾਂ ਹੈ ਨਹੀਂ ਸੀ ਪਹਿਲਾਂ। ਸੋ ਇਸ ਕਰਕੇ ਜਿਹੜੇ BJP ਸਾਡੇ ਧਰਮ ਨੂੰ, ਸਾਡੀ ਕੁਦਰਤ ਨੂੰ, ਸਾਡੇ ਭਾਈਚਾਰੇ ਨੂੰ, ਸਾਡੇ ਅਰਥਚਾਰੇ ਨੂੰ, ਸਾਡੀ ਸਿਆਸਤ ਨੂੰ, ਸਾਡੇ ਸਮਾਜ ਨੂੰ ਤੋੜ ਰਹੀ ਹੈ, ਸਾਡੀ ਆਤਮਾ ਨੂੰ ਤੋੜ ਰਹੀ ਹੈ, ਮਨੁੱਖੀ ਰਿਸ਼ਤਿਆਂ ਨੂੰ ਤੋੜ ਰਹੀ ਹੈ, ਕਿਉਂਕਿ ਬੰਦਾ ਬੰਦੇ ਤੋਂ ਡਰਨ ਲੱਗ ਗਿਆ। ਅਤੇ ਉਹ BJP ਕਹਿੰਦੀ ਹੈ ਵੀ ਅਸੀਂ ਪੰਜਾਬ ਸਾਡੇ ਨਾਲ ਹੈ, ਉਹ ਪੰਜਾਬ ਜਿੱਤ ਲਾਂਗੇ। ਬੜੀ ਖਾਮਖਿਆਲੀ ਚ ਨੇ ਉਹ ਤਾਂ ਬੜੇ ਠੋਕ ਕੇ ਦਾਅਵਾ ਕਰ ਰਹੇ ਨੇ ਡਾਕਟਰ ਸਾਹਿਬ, ਕਿ ਉਹ ਕਹਿੰਦੇ ਕਿ ਅਸੀਂ ਤਾਂ ਜਾਂ ਤਾਂ ਵੱਡੀ ਧਿਰ ਹੋਵਾਂਗੇ ਜਾਂ ਫਿਰ ਪੰਜਾਬ ਦੀ ਸਾਡੀ ਸਰਕਾਰ ਬਣਨ ਜਾ ਰਹੀ ਹੈ। ਇਹ ਗੱਲ ਕਹਿ ਰਹੇ ਨੇ, ਕਹਿੰਦੇ ਕਿ ਪੂਰਾ ਪੰਜਾਬ ਪਿਆਰ ਕਰ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ। ਕਹਿੰਦੇ ਦੇਖਿਓ ਥੋੜ੍ਹੇ ਦਿਨਾਂ ਤੱਕ ਹਵਾ ਬਦਲ ਦੇਣੀ ਅਸੀਂ। ਇਸ ਗੱਲ ਦਾ ਦਾਅਵਾ ਕਰਦੇ ਔਨ ਰਿਕਾਰਡ। ਦਾਅਵਾ ਇਹ ਕਰਦੇ ਨੇ, ਇਹਨਾਂ ਨੂੰ ਇਹ ਪਤਾ ਨਹੀਂ ਹੈ
ਜਿਵੇਂ ਕੋਈ ਬੰਦਾ ਨਾ ਕਹਿੰਦਾ ਵੀ ਚੱਲ ਪਹਿਲਾਂ ਕੁੱਟੀ ਜਾਂਦਾ ਵੀ ਹੁਣ ਮੈਂ ਮੁੜ ਕੇ ਮੱਢ ਮੜਾ ਕੇ ਨਾ ਇਹਨੂੰ ਆਪਦੇ ਨਾਲ ਕਰ ਲਾਂਗਾ। ਇਹ ਕਹਿੰਦੇ ਨੇ ਅਸੀਂ ਜੀ ਕਿਸਾਨਾਂ ਤੋਂ ਮਾਫੀ ਮੰਗ ਲਾਂਗੇ। ਜਿਨ੍ਹਾਂ ਕਿਸਾਨਾਂ ਨੂੰ ਮਵਾਦੀ ਦੱਸਦੇ ਸੀ, ਗੁੰਡੇ ਦੱਸਦੇ ਸੀ, ਨਕਸਲਾਈਟ ਦੱਸਦੇ ਸੀ, ਖਾਲਿਸਤਾਨੀ ਕਹਿੰਦੇ ਸੀ ਤਾਂ ਕਿਸਾਨ ਹੀ ਨਹੀਂ, ਉਹਨਾਂ ਨੂੰ ਇਹਨਾਂ ਦੀ ਜਿਹੜੇ ਮਰਜ਼ੀ ਵੀਡੀਓ ਕੱਢ ਲਓ, ਜਿਹੜੇ ਮਰਜ਼ੀ ਲੀਡਰ ਦਾ ਕੱਢ ਲਓ, ਜਿਨ੍ਹਾਂ ਨੂੰ ਕੁਚਲ ਕੇ ਮਾਰਦੇ ਸੀ ਉਹਨਾਂ ਨੂੰ ਹੁਣ ਕਹਿੰਦੇ ਨੇ ਅਸੀਂ ਤਾਂ ਇਹ ਸਾਡੇ ਭਰਾ ਨੇ, ਅਸੀਂ ਇਹਨਾਂ ਤੋਂ ਮਾਫੀ ਮੰਗ ਲਾਂਗੇ। ਤੁਹਾਡੇ ਖਿਆਲ 'ਚ ਮਾਫੀ ਮੰਗਣ ਨਾਲ ਗੱਲ ਖਤਮ ਹੋ ਜਾਂਦੀ ਹੈ? ਮਾਫੀ ਤਾਂ ਹੁੰਦੀ ਹੈ ਤੁਸੀਂ ਛੋਟੀ ਮੋਟੀ ਗੱਲ ਕਰਤੀ ਕਿਸੇ ਨਾਲ। ਜੇ ਤੁਸੀਂ ਐਡਾ ਵੱਡਾ ਕਹਿਰ ਕਮਾਇਆ ਕਿਸਾਨੀ ਨਾਲ, ਪੂਰੇ ਦੇਸ਼ ਦੀ ਨਾਲ, ਉਹ ਗੱਲ ਵੱਖਰੀ ਹੈ, ਪੰਜਾਬ ਦੀ ਕਿਸਾਨੀ ਨੇ ਉਹਨੂੰ ਲੀਡ ਕਰਿਆ, ਅਤੇ ਤੁਹਾਡੇ ਖਿਆਲ 'ਚੋਂ ਮਾਫੀ ਨਾਲ ਤੁਹਾਡੇ 'ਚੋਂ ਪਰਚੇ ਜਾਣਗੇ? ਉਹ ਜਵਾਕ ਨੇ। ਜਿਸ ਕਿਸਾਨੀ ਦੀ ਲੀਡਰਸ਼ਿਪ ਨੂੰ ਤੁਹਾਡੀਆਂ ਫੌਜਾਂ, ਤੁਹਾਡੀ ਪੁਲਿਸ, ਤੁਹਾਡੇ ਇੰਨੇ ਧੱਕੇ, ਤੁਹਾਡੇ ਗੁੰਡੇ, ਤੁਹਾਡੇ ਬਦਮਾਸ਼, ਤੁਹਾਡਾ MLA ਗੁੰਡਿਆਂ ਦੀ ਫੌਜ ਲੈ ਕੇ ਜਾਂਦਾ ਉੱਥੇ, ਅਤੇ ਪੁਲਿਸ ਉਹਦੀ ਪ੍ਰੋਟੈਕਸ਼ਨ ਕਰ ਰਹੀ ਹੈ, ਅਤੇ ਜਿਹੜਾ ਕਹਿੰਦਾ ਹੈ ਦੇਸ਼ ਕੇ ਗਦਾरों को गोली मारो सालों को, ਉਹਨਾਂ ਤੋਂ ਨਹੀਂ ਡਰੇ ਤੁਸੀਂ। ਲਾਲ ਕਿਲ੍ਹੇ 'ਤੇ ਆਪਦੀਆਂ ਏਜੰਸੀਆਂ ਰਾਹੀਂ ਉੱਥੇ ਕਿਸੇ ਨੇ ਨਿਸ਼ਾਨ ਚੜਵਾਤਾ ਅਤੇ ਕਿੰਨੇ 400 ਬੰਦਿਆਂ ਨੂੰ ਤੁਸੀਂ ਅੰਦਰ ਕਰਤਾ, ਫਿਰ ਨਹੀਂ ਉਹ ਡਰੇ। ਸਭ ਦੀਆਂ ਜ਼ਮਾਨਤਾਂ ਵੀ ਕਰਾਈਆਂ ਹੈ, ਤੁਸੀਂ ਮੋਰਚੇ ਨੂੰ ਭੰਡਣ ਦੀ ਹਰ ਤਰ੍ਹਾਂ ਕੋਸ਼ਿਸ਼ ਕਰੀ, ਉਹ ਨਹੀਂ ਡਰੇ, ਅਤੇ ਹੁਣ ਉਸ ਤੁਹਾਡੇ ਖਿਆਲ 'ਚ ਵੀ ਤੁਹਾਡੇ ਚਾਂਸੇ 'ਚ ਆ ਜਾਣਗੇ? ਐਵੇਂ ਹਵਾ 'ਚ ਗੱਲਾਂ ਕਰਦੇ ਨੇ ਵਿਚਾਰੇ। ਇਹਨਾਂ ਨੂੰ ਆਪ ਹੀ ਉਹ ਕਹਿੰਦੇ ਨੇ ਵੀ ਪਲਕ ਖੜੇ ਬੂਝੀ, ਅਗਲੀ ਲਾਈਨ ਚਲੋ ਨਾ ਹੀ ਕਹੀਏ। ਜਿਸ ਤਰ੍ਹਾਂ ਇਹਨਾਂ ਨੇ ਕੱਲ ਮੀਟਿੰਗ ਕੀਤੀ ਹੈ ਬੀਜੇਪੀ ਨੇ, ਤੁਹਾਨੂੰ ਸਟ੍ਰੈਟੇਜੀ ਨਜ਼ਰ ਕੀ ਆਉਂਦੀ? ਕਿਸ ਤਰ੍ਹਾਂ ਇਲੈਕਸ਼ਨ ਕੈਂਪੇਨ ਕਰੇਗੀ ਬੀਜੇਪੀ ਪੰਜਾਬ ਦੇ ਵਿੱਚ? ਦੇਖੋ, ਸਟ੍ਰੈਟੇਜੀ ਇਹਨਾਂ ਦੀ ਅਜੇ ਵੀ ਇਹੀ ਹੈ। ਸਟ੍ਰੈਟੇਜੀ ਇਹਨਾਂ ਦੀ ਇਹ ਹੈ ਕਿ ਅਸੀਂ ਇੱਕ ਪਾਸੇ ਦਲਿਤਾਂ ਨੂੰ 33% ਵੋਟ ਦਲਿਤਾਂ ਦੀ ਹੈ ਪੰਜਾਬ 'ਚ, ਇੱਕ ਪਾਸੇ ਦਲਿਤਾਂ ਨੂੰ ਅਸੀਂ ਪੋਲਰਾਈਜ਼ ਕਰਨਾ ਹੈ, ਦੂਜੇ ਪਾਸੇ ਹਿੰਦੂਆਂ ਨੂੰ ਪੋਲਰਾਈਜ਼ ਕਰਨਾ ਹੈ। ਹਿੰਦੂਆਂ ਨੂੰ ਪੋਲਰਾਈਜ਼ ਕਰਨ ਵਾਸਤੇ ਇਹਨਾਂ ਦੀ ਸਟ੍ਰੈਟੇਜੀ ਇਹ ਹੈ ਕਿ ਮੈਂ ਮੈਡੀਕਲ ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ ਕਹਿਣਾ, ਇੱਕ ਹੁੰਦੀ ਹੈ ਫੀਅਰ ਸਾਈਕੋਸਿਸ, ਬੰਦੇ ਨੂੰ ਇੰਨਾ ਡਰਾ ਦਿਓ, ਭੈਭੀਤ ਕਰ ਦਿਓ ਵੀ ਤੂੰ ਮਾਰਿਆ ਗਿਆ, ਤੂੰ ਨਹੀਂ ਬਚਣਾ। ਉਹ ਕਹਿੰਦਾ ਜਾਨ ਬਚਾਈ ਲੱਖੋਂ ਪਾਏ, ਕੋਈ ਚੀਜ਼ ਨਾ ਮੰਗੋ, ਬਸ ਜਾਨ ਬਚ ਜੇ। ਆ ਪਾਕਿਸਤਾਨ 'ਚੋਂ ਜੇ ਲੋਕ ਭੱਜ ਕੇ ਆਏ ਨੇ 84 ਜਦ ਇਹਨਾਂ ਨੇ ਕਤਲੇਆਮ ਕਰਿਆ, ਉਦੋਂ ਜਿਹੜਾ ਸਿੱਖ ਭੱਜ ਕੇ ਆਇਆ ਜਾਨ ਬਚਾ ਕੇ ਆਇਆ ਮਾੜਾ ਮੋਟਾ। ਸੋ ਇਹ ਹਿੰਦੂਆਂ ਨੂੰ ਜਿਹੜੇ ਕਿ 38% ਵੋਟ ਹੈ, ਉਹਦੇ ਵਿੱਚ ਹੀ ਦਲਿਤਾਂ ਦੇ ਹਿੰਦੂਆਂ ਦੀ ਵੋਟ ਹੈ ਜੇ ਐਂ ਦੇਖਿਆ ਜਾਵੇ, 33% ਤਾਂ ਦਲਿਤ ਹੀ ਹੈ। ਸੋ ਇਹ ਕਹਿੰਦੇ ਨੇ ਵੀ ਅਸੀਂ ਹਿੰਦੂਆਂ ਦੀ ਵੋਟ ਇਹ ਕਹਿ ਕੇ ਲੈ ਲਾਂਗੇ ਵੀ ਤੁਸੀਂ ਮਾਰੇ ਗਏ, ਤੁਸੀਂ ਨਹੀਂ ਬਚਣਾ, ਖਤਰਾ ਨਹੀਂ ਹੈ, ਤੁਸੀਂ ਮਾਰੇ ਗਏ, ਤੁਹਾਡੀ ਜਾਨ ਜਾਊ, ਤੁਹਾਡਾ ਵਪਾਰੀ ਕਹਿੰਦੇ ਨਹੀਂ ਰਹੇ, ਕਹਿੰਦੇ ਕਿਸਾਨ ਤੁਹਾਡੀਆਂ ਧੀਆਂ ਦੀ ਇੱਜ਼ਤ ਲੁੱਟ ਲੈਣਗੇ। ਇਹ ਉੱਥੇ ਕਹਿੰਦੇ ਰਹੇ ਨੇ ਮੋਰਚੇ 'ਤੇ, ਤੁਹਾਡਾ ਵਪਾਰ ਲੁੱਟ ਲੈਣਗੇ, ਜਿਵੇਂ ਇਹਨਾਂ ਨੇ ਕਸ਼ਮੀਰ 'ਚ ਕਿਹਾ। ਇਹ ਮਾੜੀ ਜਹੀਨਤ ਦੇ ਲੋਕ ਨੇ। ਇਹ ਲੋਕ ਉਹ ਨੇ ਜਿਨ੍ਹਾਂ ਨੂੰ ਔਰਤ ਦੀ ਇੱਜ਼ਤ ਹੀ ਨਹੀਂ ਹੈ, ਕਿਉਂਕਿ ਇਹਨਾਂ ਦਾ ਤਾਂ ਇਤਿਹਾਸ ਵੀ ਔਰਤ ਦੀ ਇੱਜ਼ਤ ਨਹੀਂ ਕਰਦਾ। ਇਹ ਤਾਂ ਔਰਤ ਨੂੰ ਗੁਲਾਮ ਸਮਝਦੇ ਨੇ। ਇਹ ਤਾਂ ਕਹਿੰਦੇ ਨੇ ਉਹਦੀ ਗੀਚੀ ਪਿੱਛੇ ਮੱਤ ਹੈ। ਇਹ ਤਾਂ ਕਹਿੰਦੇ ਭੋਜਨ ਭਜਨ ਔਰ ਨਾਰੀ तीनों पर्दे के अधिकारी। सो इस करके शुद्ध ढोर और नारी तीनों ताड़न के अधिकारी। ये जिन्हां दी ये मनुस्मृति की सोच है वो बराबरता की गल कर सकते हैं, वो इंसान नूं इंसान नाल बराबर समझ सकते हैं। ये तो एवें दिखावा करते हैं। स्ट्रैटेजी दे नाल तां तुहानूं लगदा है कि बेड़ा पार लगूगा बीजेपी का? नहीं लगूगा ना, मैं दसदा स्ट्रैटेजी की गल जी स्ट्रैटेजी ते आ रहे हैं। तलवंडी साबो जी ने करिया वो भी दलित, फिर जिहड़ा नाभे संगरूर च करिया वो भी दलित, जिहड़ा इत्थे करिया आनंदपुर साहब तख्त के सीगे वो भी दलित, जिहड़ा हुण ਸਿੰਘੂ बट वो भी दलित। दलितां तो ये करा के फिर इन्हां दा जिहड़ा वो मिनोरिटीज कमीशन सॉरी शेड्यूल्ड कास्ट कमीशन का चेयरमैन है सांपला साहब, विजय सांपला फटाफट बयान दे दिंदा भी हम तो जी इन्हां दी करांगे इनकुआरी है, ये दलितां नाल धक्का होया। ਉਹਨੂੰ ਪੁੱਛੋ ਜਿੱਦਾਂ यूपी ਦੇ ਵਿੱਚ ਉਹ ਕੁੜੀ ਦਾ ਗੈਂਗ ਰੇਪ ਕਰਕੇ ਉਹਨੂੰ ਸਾੜਤਾ ਸੀ, ਘਰਦਿਆਂ ਨੂੰ ਨੇੜੇ ਨਹੀਂ ਜਾਣ ਦਿੱਤਾ ਸੀ, ਕਿਸੇ ਨੂੰ ਘਰਦਿਆਂ ਨੂੰ ਮਿਲਣ ਨਹੀਂ ਦਿੱਤਾ ਸੀ, ਉਦੋਂ ਦਲਿਤ ਨਹੀਂ ਸੀ ਕੁੜੀ। ਜਿੱਦਾਂ ਸਕਾਲਰਸ਼ਿਪ ਤੁਹਾਡੀ ਸਰਕਾਰ 'ਚ ਅਕਾਲੀ ਬੀਜੇਪੀ ਸਰਕਾਰ 'ਚ 700 ਕਰੋੜ ਰੁਪਈਆ, 106 ਕਰੋੜ ਇੱਕ, 585 ਕਰੋੜ ਇੱਕ, ਇਹ ਫੜਿਆ ਗਿਆ ਕਿ ਤੁਸੀਂ ਤੁਹਾਡੀਆਂ ਸੰਸਥਾਵਾਂ ਖਾ ਗਿਆ। ਉੱਦਾਂ ਦਲਿਤਾਂ ਦਾ ਸਕਾਲਰਸ਼ਿਪ ਜਿਹੜਾ ਖਾਧਾ ਸੀ ਉੱਦਾਂ ਤੁਸੀਂ ਕੀ ਕਰਿਆ। ਸੋ ਇਸ ਕਰਕੇ ਇਹ ਕਹਿਣਾ ਇਹਨਾਂ ਦਾ ਵੀ ਅਸੀਂ ਦਲਿਤਾਂ ਦਾ ਕੁਛ ਕਰਦੇ ਹਾਂ, ਦਲਿਤਾਂ ਦਾ ਨਹੀਂ ਕਰੇ। ਜੇ ਇੰਨੀ ਔਖੇ ਨੇ ਸੌਖੇ ਨੇ ਫਿਰ ਮੱਧ ਪ੍ਰਦੇਸ਼ ਦਲਿਤਾਂ ਦਾ ਕਰਦੇ ਨੇ, ਉੱਥੇ ਤਾਂ ਇਹਨਾਂ ਦੀ ਸਰਕਾਰ ਹੈ ਨਾ। ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਨੇ ਗੁਜਰਾਤ 'ਚ ਕਰਦੇ ਨੇ ਉੱਥੇ ਤਾਂ ਦਲਿਤਾਂ ਨੂੰ ਵੀ ਸਿੱਖਾਂ ਨੂੰ ਵੀ ਉਜਾੜ ਰਹੇ ਨੇ। ਸੋ ਇਸ ਕਰਕੇ ਇਹ ਸਾਰਾ ਕੁਛ ਜਿਹੜਾ ਹੈ ਸਟ੍ਰੈਟੇਜੀ 'ਚ ਕਾਮਯਾਬ ਨਹੀਂ ਹੋਣਾ। ਇਹ ਕੋਸ਼ਿਸ਼ ਕਰ ਰਹੇ ਨੇ ਕਿ ਦਲਿਤਾਂ ਕੁਛ ਨਾ ਕੁਛ ਦਲਿਤ ਇਹਨਾਂ ਦੇ ਨਾਲ ਹੈਗੀ ਨੇ। ਉਹ ਜਿਹੜੇ ਦਲਿਤ ਪੜ੍ਹੇ ਲਿਖੇ ਨੇ ਬਹੁਤੇ ਉਹ ਨੇ, ਉਹਨਾਂ ਨੂੰ ਕੋਈ ਲਾਲਚ ਹੋਣਾ ਜਿਹੜਾ ਜਿਹਦੇ ਉੱਤੇ ਦੋਸ਼ ਲੱਗ ਰਿਹਾ, ਜਿਹਦਾ ਕਤਲ ਹੋਇਆ, ਉਹ ਕਹਿੰਦੇ ਸਿਰਫ 30,000 ਰੁਪਏ। ਜੇ 30,000 'ਚ ਬੇਅਦਬੀ ਕਰਾਈ ਜਾ ਸਕਦੀ ਹੈ ਫਿਰ ਤਾਂ ਇਹਨਾਂ ਵਾਸਤੇ ਸੌਖਾ ਹੀ ਹੈ। ਹੁਣ ਬੇਅਦਬੀ ਇਹਨਾਂ ਨੇ ਕਰਾਈ ਹੈ, ਅਸਲ 'ਚ ਇਹਨਾਂ ਦੀਆਂ ਏਜੰਸੀਆਂ ਨੇ ਕਰਾਈ ਹੈ। ਇਹ ਕਹਿੰਦੇ ਅਸੀਂ ਤਾਂ ਨਾਲ ਆ। ਇਹ ਤਾਂ ਦੋਨੇ ਗੱਲ ਹੀ ਹੋਈ ਜਿਹੜੀ ਮੈਂ ਪਹਿਲਾਂ ਕਹੀ ਆ ਵੀ ਮਤਲਬ ਪਹਿਲਾਂ ਧੱਕਾ ਦੇ ਦਿਓ ਫਿਰ ਮੱਲਮ ਲਾਣੀ ਸ਼ੁਰੂ ਕਰੋ। ਐਂ ਨਹੀਂ ਚੱਲਦਾ ਹੁੰਦਾ। ਹੁਣ ਲੋਕ ਸਿਆਣੇ ਹੋ ਰਹੇ ਨੇ, ਇਹ ਦਮਗਜੇ ਮਾਰਦੇ ਨੇ, ਇਹ ਮਾਰੀ ਜਾਣਗੇ। ਪਰ ਇਹ ਜਿਹੜਾ ਕਹਿੰਦੇ ਅਸੀਂ ਮੇਜਰ ਪਾਰਟੀ ਬਣਾਂਗੇ
ਇਹ ਸੇਖ ਚਿੜੀ ਵਾਲੇ ਸੁਪਨੇ ਨੇ, ਤੇ ਉਹ ਸੇਖ ਚਿੜੀ ਵਿਚਾਰਾ ਸੁਪਨਾ ਲਈ ਗਿਆ, ਤੇ ਜਿਹੜੀ ਉਹਦੇ ਕੋਲ ਉਹਨੇ ਤਾਂ ਬਣਾ ਲਿਆ ਸੀ ਅੱਡੀਆਂ ਕੁੱਕੜੀਆਂ ਇੰਨੇ ਅੰਡੇ ਨਾ ਹੋ ਗਿਆ। ਉਹ ਇੱਕ ਗੱਲ ਸੁਪਨੇ ਲੈਂਦਾ ਲੈਂਦਾ ਵਿਚਾਰਾ ਆਪਦੀ ਜਿਹੜੀ ਉਹ ਦਹੀਂ ਦੀ ਬਲਣੀ ਸੀ ਉਹੀ ਗੇਟ ਬੈਠਾ, ਉਹੀ ਟੁੱਟ ਗਈ। ਇਹਨਾਂ ਦਾ ਵੀ ਉਹੀ ਹਾਲ ਹੋਣਾ ਹੈ ਵੀ ਇਹਨਾਂ ਕੋਲ ਜਿਹੜੇ 4 ਵੋਟਾਂ, ਇਹਨਾਂ ਨੂੰ ਪਿਛਲੇ ਵਾਰੀ 5% ਵੋਟ ਆਈ ਸੀ, ਉਹ ਵੀ 23 ਸੀਟਾਂ ਲੜੀਆਂ ਸੀ। ਅਕਾਲੀ ਦਲ ਨਾਲ ਸੀ, ਉਦੋਂ ਵੀ ਮੋਦੀ ਸਾਹਿਬ ਦੀ ਸਰਕਾਰ ਸੀ 2017 'ਚ ਵੀ, ਤੇ ਜੇ ਉਦੋਂ ਇਹਨਾਂ ਨੂੰ 5% ਵੋਟ ਆਈ ਹੈ ਅਕਾਲੀ ਦਲ ਨਾਲ ਰਲ ਕੇ 23 ਸੀਟਾਂ ਲੜ ਕੇ, ਤੇ ਹੁਣ ਕਿੱਥੋਂ ਆਸ ਕਰਦੇ ਨੇ? ਹੁਣ ਕਿਹੜੀ ਗਿੱਦੜ ਸਿੰਘੀ ਹੈ ਜਿਹਦੇ ਨਾਲ ਇਹ 5 ਗੁਣਾ, ਜੇ ਆਪਾਂ ਮੰਨ ਲਿਓ ਵੀ ਸਾਰੀ ਵੋਟ ਉੱਦਾਂ ਹੀ ਪੈ ਜੇ ਤਾਂ ਵੀ 25% ਬਣਦੀ ਹੈ, ਕਿੱਥੋਂ ਲੈ ਲੈਣਗੇ? ਅਕਾਲੀ ਦਲ ਨੇ 25.5% ਵੋਟ ਲਈ ਸੀ ਪਿਛਲੀ ਵਾਰੀ, ਔਰ ਬੀਜੇਪੀ ਨਾਲ ਰਲ ਕੇ ਲਈ ਸੀ, ਤਾਂ ਵੀ ਟੋਟਲ ਸੀਟਾਂ ਇਹਨਾਂ ਦੀਆਂ ਅਕਾਲੀ ਦਲ ਦੀਆਂ 15 ਆਈਆਂ ਸੀ। ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਸਮਝੌਤਾ ਹੋ ਜਾਊਗਾ, ਤਾਂ ਉਸ ਤੋਂ ਬਾਅਦ ਜੇ ਕਿਸਾਨਾਂ ਦਾ ਸਮਝੌਤਾ ਹੁੰਦਾ ਤਾਂ ਉਸ ਤੋਂ ਬਾਅਦ ਫਿਰ ਬੀਜੇਪੀ ਦੇ ਨਾਲ ਅਲਾਇੰਸ ਹੋ ਸਕਦਾ, ਔਰ ਫਿਰ ਉਹ ਇਲੈਕਸ਼ਨ ਲੜਨਗੇ ਬੀਜੇਪੀ ਨਾਲ, ਹੱਥ ਮਿਲ ਸਕਦੇ ਆ। ਤੁਹਾਨੂੰ ਲੱਗਦਾ ਕਿਸਾਨੀ ਮਸਲੇ ਦਾ ਸਮਝੌਤਾ ਹੁੰਦਾ ਹੋਇਆ ਨਜ਼ਰ ਆ ਰਿਹਾ, ਜਾਂ ਕੋਈ ਸਿਗਨਲ ਮਿਲਿਆ ਉਸ ਤੋਂ ਬਾਅਦ ਹੀ ਚੰਡੀਗੜ੍ਹ 'ਚ ਮੀਟਿੰਗ ਕੀਤੀ ਬੀਜੇਪੀ ਨੇ? ਨਹੀਂ, ਮਸਲੇ ਦਾ ਸਮਝੌਤਾ ਤਾਂ ਨਹੀਂ ਆਉਣਾ, ਕਿਉਂਕਿ ਮਸਲੇ ਦਾ ਸਮਝੌਤਾ ਕਿਸੇ ਗੱਲ 'ਤੇ ਕਰਨਾ ਚਾਹੁੰਦੇ ਨੇ ਇਹ ਅੰਦਰੋਂ ਅੰਦਰ ਹੀ ਇਹ ਕਹਿੰਦੇ ਨੇ ਵੀ ਅਸੀਂ 2 ਬਿੱਲ ਵਾਪਸ ਲੈ ਲੈਂਦੇ ਹਾਂ, ਕਿਉਂਕਿ ਐਸੈਂਸ਼ੀਅਲ ਕਮਿਊਨਿਟੀ ਵਾਲਾ ਜ਼ਿਆਦਾ ਰੱਖਣਾ ਚਾਹੁੰਦੇ ਨੇ ਵੀ ਜਿੰਨੀ ਮਰਜ਼ੀ ਹੋਲਡਿੰਗ ਕਰ ਲਓ, ਜਿੰਨਾ ਮਰਜ਼ੀ ਭਾਅ ਵਧਾ ਲਓ। ਉਹ ਤਾਂ ਇਹ ਉਹਨਾਂ ਨੂੰ ਵੱਡਾ ਜ਼ਿਆਦਾ ਹੋ ਵੀ ਜ਼ਮੀਨਾਂ ਬਾਅਦ 'ਚ ਖੋਲਾਂਗੇ, ਅਤੇ ਜ਼ਮੀਨਾਂ ਤਾਂ ਖੋਣੀਆਂ ਨੇ ਇਹਨਾਂ ਨੇ। ਸਕੀਮ ਤਾਂ ਇਹਨਾਂ ਦੀ ਇਹੀ ਹੈ ਵੀ ਫਿਰ ਜਾਂ ਕੋਈ ਮਾੜਾ ਮੋਟਾ ਇਹ ਕਹਿ ਦਿਓ ਵੀ ਚੰਗਾ ਅਸੀਂ ਅਗਲੀ ਸਰਕਾਰ ਆਉਣ ਤੋਂ ਪਹਿਲਾਂ ਤੱਕ ਇੱਕ ਆਰਡੀਨੈਂਸ ਪਾਸ ਕਰ ਦਿਓ, ਇਹ ਬਿੱਲ ਲਾਗੂ ਨਹੀਂ ਹੋਣਗੇ। ਉਹ ਵੀ ਆਰਡੀਨੈਂਸ ਪਾਸ ਕਰਿਆ ਹੋਇਆ, ਕੱਲ੍ਹ ਨੂੰ ਉਹਨੂੰ 6 ਮਹੀਨੇ ਰਹਿੰਦਾ ਆਰਡੀਨੈਂਸ, ਤਾਂ ਪਿੱਛੋਂ ਲਾਗੂ ਕਰਦੇ ਨੇ, ਫਿਰ ਕੀ ਕਰਨਗੇ ਕਿਸਾਨ? ਸੋ ਜਿਹੜਾ ਵੀ ਕੁਝ ਕਰਨਾ ਪਊ ਪਾਰਲੀਮੈਂਟ ਦਾ ਇੱਕ ਤਾਂ ਸੈਸ਼ਨ ਬੁਲਾ ਕੇ ਕਰਨਾ ਪਊ। ਜੇ ਬਿਨਾਂ ਸੈਸ਼ਨ ਬੁਲਾਏ ਕੁਝ ਵੀ ਕਰਦੇ ਨੇ ਤੇ ਦੂਜਾ ਤਰੀਕਾ ਹੋਰ ਹੈ, ਤਾਂ ਰੱਦ ਹੋਣਗੇ ਜੇ ਸੁਪਰੀਮ ਕੋਰਟ 'ਚ ਬਿਆਨ ਦੇ ਦੇਣ, ਅੰਦਰ ਅੰਦਰ ਹੀ ਕਹਿ ਦੇਣ ਕਿ ਜੀ ਤੁਸੀਂ ਕਰ ਦਿਓ ਰੱਦ, ਬਿਆਨ ਦੇ ਦੇਣ ਕਿ ਜੀ ਸੁਪਰੀਮ ਕੋਰਟ ਜਿੱਦਾਂ ਦਾ ਫੈਸਲਾ ਕਰੂ ਸਾਨੂੰ ਮਨਜ਼ੂਰ ਹੈ। ਜੇ ਸੁਪਰੀਮ ਕੋਰਟ ਨੂੰ ਗਲਤ ਲੱਗਦਾ ਤਾਂ ਕਰਦੇ ਰੱਦ, ਦੇ ਦੇਣ ਨਾ ਬਿਆਨ, ਫਿਰ ਸੁਪਰੀਮ ਕੋਰਟ ਰੱਦ ਕਰ ਸਕਦੀ ਹੈ, ਫਿਰ ਇਹ ਬਚ ਸਕਦੇ ਨੇ। ਜਿੰਨਾ ਚਿਰ ਬਿੱਲ ਵਿਧੀਵਤ ਰੱਦ ਨਹੀਂ ਹੁੰਦੇ, ਇਹ ਜਿਹੜੀ ਸਰਕਾਰ ਹੈ ਇਹ ਇੰਨੀ ਝੂਠੀ ਹੈ, ਇਹ ਇੰਨੀ ਗੁੰਮਰਾਹ ਕਰਨ ਬੀਜੇਪੀ ਦੀ ਸਰਕਾਰ ਹੈ। ਇਹ ਤਾਂ ਸਵੇਰੇ ਕੁਛ ਹੋਰ ਕਹਿੰਦੇ, ਘੰਟੇ ਬਾਅਦ ਕੁਛ ਹੋਰ ਕਹਿੰਦੇ, ਕਹਿ ਕੇ ਮੁੱਕਰ ਜਾਂਦੇ ਨੇ, ਕਹਿੰਦੇ ਅਸੀਂ ਤਾਂ ਕਿਹਾ ਹੀ ਨਹੀਂ। ਇਹਨਾਂ ਦਾ ਜਿਨ੍ਹਾਂ ਦਾ ਇਹ ਵਿਸ਼ਵਾਸ ਹੀ ਨਾ ਹੋਵੇ ਕਿ ਜਿਹੜੀ ਗੱਲ ਇੱਥੇ ਕਹੀ ਹੈ ਇੱਥੇ ਜਾ ਕੇ ਉਹ ਮੁੱਕਰਨਗੇ ਨਹੀਂ, ਉਦੋਂ ਤੋਂ ਤੁਸੀਂ ਕੀ ਕਰੋ? ਮੈਂ ਟ੍ਰੇਡ ਯੂਨੀਅਨ ਲੀਡਰ ਰਿਹਾ, ਸਾਨੂੰ ਪਤਾ ਹੈ ਵੀ ਜਦ ਅਸੀਂ ਸਰਕਾਰ ਨਾਲ ਗੱਲਬਾਤ ਕਰਦੇ ਸੀ, ਸਰਕਾਰ ਜਵਾਨੀ ਮੰਨ ਗਈ, ਉਦੋਂ ਬਾਅਦ ਲਿਖਤੀ ਕਦਮ ਮੰਨਦੀ ਹੈ, ਲਿਖਤੀ ਚਿੱਠੀ ਨਹੀਂ ਕੱਢਦੇ ਸੀ। ਜੇ ਲਿਖਤੀ ਚਿੱਠੀ ਕੱਢਤੀ ਫਿਰ ਉਹਨੂੰ ਲਾਗੂ ਨਹੀਂ ਕਰਦੇ ਸੀ, ਜੇ ਲਾਗੂ ਕਰਦੇ ਸੀ ਉਹਦਾ ਆਦਮ ਵਿਚਾਲਾ ਖਰਾਬ ਕਰ ਦਿੰਦੇ ਸੀ। ਸੋ ਇਸ ਕਰਕੇ ਇੰਨਾ ਸੌਖਾ ਨਹੀਂ ਹੁੰਦਾ, ਇਹ ਤਾਂ ਵੱਡੀ ਗੱਲ ਹੈ। ਅਸੀਂ ਤਾਂ ਛੋਟੀਆਂ ਛੋਟੀਆਂ ਗੱਲਾਂ 'ਚ ਦੇਖਿਆ ਸਰਕਾਰਾਂ ਨੂੰ ਇਹ ਕਰਦੇ, ਔਰ ਉਹ ਸਰਕਾਰਾਂ ਚਾਹੇ ਜਿਹੜੀ ਮਰਜ਼ੀ ਸਰਕਾਰ ਹੋਵੇ, ਸਰਕਾਰਾਂ ਹੀ ਕਰਦੀਆਂ ਹੁੰਦੀਆਂ ਨੇ। ਕਿਸਾਨ ਹੁਣ ਸਿਆਣੇ ਨੇ। ਕੱਲ੍ਹ ਹੀ ਮੈਂ ਰਾਜੇਵਾਲ ਸਾਹਿਬ ਦਾ ਸੁਣ ਰਿਹਾ ਸੀ ਇੱਥੇ ਪੰਜਾਬੀ ਯੂਨੀਵਰਸਿਟੀ ਭਾਸ਼ਣ, ਉਹਨਾਂ ਨੇ ਕਿਹਾ ਵੀ ਇੰਨੇ ਝੂਠੀ ਤਾਂ ਮੈਂ ਕਦੇ ਸਰਕਾਰ ਦੇਖਿਓ ਹੀ ਨਹੀਂ। ਇਹ ਝੂਠੇ ਨੇ। ਜਿਹੜਾ ਹੁਕਮਰਾਨ ਦੇਸ਼ ਦਾ ਝੂਠਾ ਹੋ ਜਾਏ, ਜਿਹੜਾ ਹੁਕਮਰਾਨ ਦੇਸ਼ ਦਾ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਮਾਰੇ, ਉਹ ਹੁਕਮਰਾਨ ਦੇਸ਼ ਦਾ ਰਾਖਾ ਨਹੀਂ ਕਿਹਾ ਜਾ ਸਕਦਾ। ਜਦ ਬਾੜ ਖੇਤ ਨੂੰ ਖਾਣ ਲੱਗ ਜੇ, ਜਦ ਚੋਰ ਅਤੇ ਚੌਕੀਦਾਰ ਰਲ ਜਾਣ, ਅਤੇ ਫਿਰ ਸਵਾਲ ਕਰਨਾ ਪੈਂਦਾ ਵੀ ਸਾਨੂੰ ਰਾਹ ਜਣਾ ਦੇ 'ਤੇ ਸਵਾਲ ਨਹੀਂ ਹੈ, ਸਾਡਾ ਸਵਾਲ ਰਹਿਬਰਾਂ 'ਤੇ ਹੈ। ਸੋ ਇਹਨਾਂ ਦੀ ਰਹਿਬਰੀ ਮਾੜੀ ਹੈ। ਇਹ ਰਹਿਬਰ ਜਿਹੜੇ ਨੇ, ਇਹ ਰਹਿਬਰ ਖੁਦ ਰਾਹ ਜਾਣ ਬਣੇ ਹੋਏ ਨੇ, ਜਾਂ ਇਹ ਰਾਹ ਜਾਨਾਂ ਦੇ ਟੋਲਿਆਂ ਨੂੰ ਉਕਸਾਉਂਦੇ ਨੇ ਕਿ ਤੁਸੀਂ ਇਹਨਾਂ ਦੀ ਲੁੱਟ ਖੁੱਟ ਕਰੋ, ਕਤਲ ਕਰੋ, ਅਸੀਂ ਫਿਰ ਇਹਨਾਂ 'ਤੇ ਮਦਦ ਲਾਵਾਂਗੇ। ਸੋ ਇਹਨਾਂ ਦੇ ਉੱਤੇ ਹੁਣ ਲੋਕ ਵਿਸ਼ਵਾਸ ਨਹੀਂ ਕਰਨਗੇ। ਸਟ੍ਰੈਟੇਜੀ ਜੋ ਮਰਜ਼ੀ ਬਣਾ ਲੈਣ, ਆਪਦੇ ਖਾਮ ਖੇਡੀ ਤਾਂ ਕੁਝ ਵੀ ਬਣਾ ਸਕਦਾ ਨਾ। ਸੁਪਨੇ ਲੈਣਾ ਕੌਣ ਰੋਕ ਸਕਦਾ ਹੈ? ਸੁਪਨੇ ਲੈ ਸਕਦੇ ਨੇ ਇਹ। ਤਾਂ ਕੈਪਟਨ ਦੀ ਪਾਰਟੀ ਦਾ ਕੀ, ਕੈਪਟਨ ਦੀ ਪਾਰਟੀ ਦਾ ਕੀ ਭਵਿੱਖ ਨਜ਼ਰ ਆਉਂਦਾ? ਕੈਪਟਨ ਦਾ ਹੁਣ, ਕੈਪਟਨ ਬਾਰੇ ਤਾਂ ਲੋਕਾਂ ਨੂੰ ਸਭ ਪਤਾ ਹੈ। ਕੈਪਟਨ ਨੂੰ ਤਾਂ ਕੋਈ ਮੂੰਹ ਨਹੀਂ ਲਾਏਗਾ। ਕੈਪਟਨ ਦਾ ਇਹ ਹਾਲ ਹੋ ਗਿਆ ਜਿਵੇਂ ਹੁਣ ਬੀਜੇਪੀ ਵਾਲੇ ਜੇ ਜਾਂਦੇ ਨੇ ਨਾ, ਆਹ ਕੱਲ੍ਹ ਇੱਥੇ ਚੰਡੀਗੜ੍ਹ ਯੂਨੀਵਰਸਿਟੀ 'ਚ ਆਉਣਾ ਸੀ ਪਰਸੋਂ, ਖੱਟਰ ਸਾਹਿਬ ਨੇ ਅਤੇ ਰਾਜਨਾਥ ਜੀ ਨੇ। ਪਹਿਲਾਂ ਤਾਂ ਉਹਨਾਂ ਨੇ ਬਿਆਨ ਯੂਨੀਵਰਸਿਟੀ ਨੂੰ ਇਹ ਦੇਣਾ ਪਿਆ ਵੀ ਇਹ ਤਾਂ ਆ ਹੀ ਨਹੀਂ ਰਹੇ, ਨਹੀਂ ਅਸੀਂ ਬੁਲਾਏ ਹੀ ਨਹੀਂ, ਜਦ ਕਿ ਉਹ ਬੁਲਾਏ ਹੋਏ ਸੀ। ਉਹਨਾਂ ਨੇ ਆਪਦੀ ਵਿਜ਼ਿਟ ਕੈਂਸਲ ਕਰਤੀ। ਅੱਜ ਉਹਨਾਂ ਦਾ ਬਿਆਨ ਇਹ ਆਇਆ ਵੀ ਅਸੀਂ ਖੱਟਰ ਸਾਹਿਬ ਨੂੰ ਨਹੀਂ ਬੁਲਾਇਆ ਸੀ, ਸਾਡੇ ਤਾਂ ਰਾਜਨਾਥ ਸਿੰਘ ਆ ਰਹੇ ਸੀ। ਜਿਹੜੀ ਯੂਨੀਵਰਸਿਟੀ ਉਹਨਾਂ ਤੋਂ ਕੁਛ ਲੈਣਾ ਵੀ ਚਾਹੁੰਦੀ ਹੈ, ਉਹ ਯੂਨੀਵਰਸਿਟੀ ਇੰਨੀ ਡਰਦੀ ਹੈ ਕਿ ਰਾਜਨਾਥ ਜਿਹੜੇ ਆਪਣੇ ਡਿਫੈਂਸ ਮਿਨਿਸਟਰ ਨੇ, ਦੇਸ਼ ਦੇ ਰੱਖਿਆ ਮੰਤਰੀ ਨੇ, ਉਹਨਾਂ ਦੇ ਆਉਣ ਦੀ ਗੱਲ ਮੁੱਕਰ ਜਾਂਦੀ ਹੈ। ਨਾਲ ਦੇ ਗੁਆਂਢੀ ਸੂਬੇ ਦੇ ਜਿੱਥੋਂ ਉਹਨਾਂ ਕੋਲ ਕੈਂਡੀਡੇਟ ਆਉਂਦੇ ਨੇ, ਸਟੂਡੈਂਟ ਆਉਂਦੇ ਨੇ ਉਸ ਯੂਨੀਵਰਸਿਟੀ 'ਚ, ਨਾਲ ਲੱਗਦਾ ਬਿਲਕੁਲ ਹੀ। ਅਤੇ ਉਹਦੇ ਮੁੱਖ ਮੰਤਰੀ ਬਾਰੇ ਇੰਨਾ ਮੂੰਹ ਲੁਕਾਉਂਦੇ ਫਿਰਦੇ ਨੇ। ਤੁਹਾਡੇ ਖਿਆਲ 'ਚ ਵੀ ਪੰਜਾਬ ਦੇ ਲੋਕ ਉਹਨਾਂ ਨੇ, ਇਹ ਤਾਂ ਮੂੰਹ ਕਹਿੰਦੇ ਚੋਰ ਜੀ ਮਾਂ ਕੋਠੀ 'ਚ ਮੂੰਹ, ਇਹਨਾਂ ਦਾ ਮੂੰਹ ਲੁਕਾਉਂਦੇ ਫਿਰਦੇ ਨੇ। ਇਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ। ਅਤੇ ਕੈਪਟਨ ਸਾਹਿਬ ਦਾ ਵੀ ਇਹੀ ਹਾਲ ਹੋਣਾ ਹੈ ਕਿ ਜਦ ਕੋਈ ਜਾਊਗਾ ਨਾ ਕੈਪਟਨ ਸਾਹਿਬ ਕਿਤੇ,
ਜਿਹੜੇ ਉਹਦੇ ਖਾਸੋ ਖਾਸੀ ਉਹ ਕਹਿਣਗੇ ਜਨਾਬ ਤੁਸੀਂ ਉਰੇ ਨਾ ਆਓ, ਐਵੇਂ ਸਾਡੇ ਨਾਲ ਕੋਈ ਡੰਗ ਮਾਰਨ ਲੱਗ ਜਾਣ ਲੋਕ, ਸਾਡੇ ਅੱਗੇ ਨਾ ਇਕੱਠੇ ਹੋ ਜਾਣ। ਕੈਪਟਨ ਸਾਹਿਬ ਨੂੰ ਇਹਦੇ ਖਾਸ ਬੰਦਿਆਂ ਨੇ ਅੰਦਰ ਨਹੀਂ ਵੜਨ ਦੇਣਾ। ਮੈਂ ਤੁਹਾਨੂੰ ਅੱਜ ਕਹਿਣਾ, ਆ ਹੁਣ ਨਹੀਂ ਹੋਇਆ, ਜਿੱਦਾਂ ਕੈਪਟਨ ਸਾਹਿਬ ਨੇ ਰਿਜ਼ਾਈਨ ਕਰਿਆ, ਗਵਰਨਰ ਹਾਊਸ ਤੋਂ ਬਾਹਰ ਨਿਕਲ ਕੇ ਰਿਜ਼ਾਈਨ ਕਰਨ ਤੋਂ ਬਾਅਦ ਬਿਆਨ ਦਿੱਤਾ ਵੀ ਮੈਂ ਹੁਣ ਦੇਖਾਂਗਾ ਕੀ ਕਰਨਾ ਹੈ। ਮੇਰੀ ਬੜੀ ਬੇਇੱਜ਼ਤੀ ਹੋਈ ਹੈ। ਉਹ ਜਿਹੜੀ ਬੇਇੱਜ਼ਤੀ ਹੋਈ, ਬਿਆਨ ਦੇਤਾ, ਉਦੋਂ ਮੁੜ ਕੇ ਜਿਹੜੇ ਨਾਲ ਆਉਣੇ ਸੀ ਐਮਐਲਏ ਉਹ ਵੀ ਭੱਜ ਗਏ, 78 ਦੇ 78 ਉੱਥੇ ਜਾ ਪਹੁੰਚੇ। ਫਿਰ ਜਦ ਤੱਕ ਰੱਖ ਲੈਂਦਾ ਨਾ ਆਪਦੇ ਨਾਲ, ਕੋਈ ਨਹੀਂ ਜੀ ਇਹਨੇ ਫਿਰ ਐਂ ਵਿੱਚ ਰੱਖਿਆ ਵੀ ਇਹਨਾਂ ਨੂੰ ਵਿੱਚ ਰੱਖੋ, ਫਲਾਣਾ ਕਰੋ। ਜਿਹੜਾ ਵਿੱਚ ਬੈਠਾ ਉਹਨੂੰ ਨਹੀਂ ਪਤਾ ਵੀ ਟਿਕਟ ਉਹਨੇ ਕੈਪਟਨ ਤੋਂ ਲੈਣੀ ਹੈ ਜਾਂ ਕਾਂਗਰਸ ਤੋਂ ਲੈਣੀ ਹੈ। ਜਿੱਤਣਾ ਕਿਹਦੇ ਸਹਾਰੇ ਆ, ਜਿੱਤਣ ਹਾਰਨ ਪ੍ਰੀਤ ਸਭ ਨੂੰ ਪਤਾ। ਡੁੱਬ ਦੀ ਵੇੜੀ 'ਚ ਕੋਈ ਬਹਿੰਦਾ? ਡੁੱਬ ਦੀ ਵੇੜੀ 'ਚ ਤਾਂ ਉਂਜੀ ਛਾਲਾਂ ਮਾਰ ਜਾਂਦੇ ਨੇ। ਜੇ ਉਹੋ ਜਿਹੇ ਕੈਪਟਨ ਸਾਹਿਬ ਦੇ ਆਲੇ ਦੁਆਲੇ ਇਕੱਠੇ ਹੋਏ ਸੀ, ਉਹ ਜਿਹੜਾ ਨੌਕਰਸ਼ਾਹ ਇਹਨੇ ਲਾਏ ਹੋਏ ਸੀ, ਉਹ ਨੌਕਰਸ਼ਾਹ ਵੋਟਾਂ ਦਵਾ ਦੇਣਗੇ। ਨੌਕਰਸ਼ਾਹਾਂ ਦਾ ਦੇਖ ਲੈਣ ਵੀ ਉਹਨਾਂ ਨੇ ਕੀ ਕਰਿਆ। ਇੱਕ ਨੌਕਰਸ਼ਾਹ ਨੇ ਕਿਸੇ ਮੀਡੀਆ ਨੂੰ ਬਿਆਨ ਦੇਤਾ, ਮੀਡੀਆ ਵਾਲਾ ਚਮਕਾ ਕੇ, ਉਹ ਖਾਸ ਕਿਸੇ ਪੋਲੀਟੀਕਲ ਪਾਰਟੀ ਦੇ ਨੇੜੇ ਆ ਦੂਜੀ ਦੇ, ਉਹ ਕਹੇ ਵੀ ਮੈਨੂੰ ਇੱਕ ਅਫਸਰ ਨੇ ਦੱਸਿਆ ਜੋ CMO ਦਾ ਸੀ, ਉਹਨੇ ਕਿਹਾ ਵੀ ਕੈਪਟਨ ਸਾਹਿਬ ਨੇ ਤਾਂ ਦਖਲਅੰਦਾਜ਼ੀ ਕਿਸੇ ਨੂੰ ਕਰੀ ਹੋਈ ਨਹੀਂ, ਇਹ ਤਾਂ ਮੰਤਰੀਆਂ ਨੇ ਪਰਫਾਰਮ ਨਹੀਂ ਕਰਿਆ। ਮੈਨੂੰ ਕਿਸੇ ਨੇ, ਤੁਹਾਡੇ ਵਰਗੇ ਮਿੱਤਰ ਨੇ ਪੁੱਛ ਲਿਆ ਵੀ ਜੀ ਇਹ ਕੀ ਹੈ। ਮੈਂ ਕਿਹਾ ਉਹਨੂੰ, ਉਸੇ ਅਫਸਰ ਨੂੰ ਪੁੱਛ ਲੈਂਦੇ ਵੀ ਤੂੰ ਤਾਂ ਉਹਨਾਂ ਨੂੰ ਖੜੇ ਰੱਖਦਾ ਸੀ, ਸਾਰੇ ਮੰਤਰੀ ਆ ਕੇ ਸੰਤਰੀ ਬਣੇ ਹੋਏ ਸੀ। ਜਿੱਥੇ ਬਿਊਰੋਕਰੇਟ ਸਰਕਾਰ ਚਲਾਏਗਾ, ਬਿਊਰੋਕਰੇਟ ਨਹੀਂ ਚੁਣਿਆ ਲੋਕਾਂ ਨੇ। ਬਿਊਰੋਕਰੇਟ ਸਿਰਫ ਕਾਗਜ਼ੀ ਕੰਮ ਕਰਨ ਵਾਸਤੇ ਹੈ। ਬਿਊਰੋਕਰੇਟ ਪੋਲੀਟੀਕਲ ਡਿਸੀਜਨ ਨਹੀਂ ਲੈ ਸਕਦਾ। ਬਿਊਰੋਕਰੇਟ ਮੁੱਖ ਮੰਤਰੀ ਦੀ ਫਾਈਲ ਦੇ ਉੱਤੇ ਉਹਦਾ ਸੈਕਟਰੀ ਲਿਖ ਨਹੀਂ ਸਕਦਾ ਕੁਝ ਵੀ, ਉਹ ਲਿਖਦਾ ਮੁੱਖ ਮੰਤਰੀ ਦਾ ਹੁਕਮ ਲਿਖ ਰਿਹਾ ਮੈਂ। ਉਹ ਸਿਰਫ ਇਹ ਲਿਖੇਗਾ, ਆਪਦਾ ਇੱਕ ਨਾਮ ਦਫ਼ਤਰ ਨਹੀਂ ਲਿਖ ਸਕਦਾ। ਉਹ ਬੰਦਾ ਮੰਤਰੀਆਂ ਨੂੰ ਖੜੇ ਰੱਖਦਾ ਸੰਤਰੀਆਂ ਦੀ ਤਰ੍ਹਾਂ। ਹੁਣ ਅੱਜ ਉਹ ਕਹਿ ਰਹੇ ਵੀ ਇਹਨੂੰ ਤਾਂ ਖੁੱਡ ਬੜੀ ਸੀ। ਸੋ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹੈ ਸਾਡੇ ਕੀ ਹੈ, ਇਹਨੂੰ ਅਸੀਂ ਇੱਕ ਅੰਗਰੇਜ਼ੀ 'ਚ ਕਹਿੰਦੇ ਟਰਨ ਕੋਟ ਹੈ, ਜਿਹਦਾ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ। ਉਹ ਮਿੰਟ 'ਚ ਦੀ ਗਿੜਗਿੜ ਦੀ ਤਰ੍ਹਾਂ ਰੰਗ ਬਦਲਦੇ ਨੇ ਇਹ। ਸੋ ਇਹ ਗਿੜਗਿੜ ਦੀ ਤਰ੍ਹਾਂ ਰੰਗ ਬਦਲਣ ਨੇ ਕੈਪਟਨ ਸਾਹਿਬ ਦਾ ਨਾ, ਹੁਣ ਉਹ ਕੈਪਟਨ ਸਾਹਿਬ ਦੀ ਕੋਈ ਇੱਜ਼ਤ ਸੀ। ਲੋਕ ਇਹਨਾਂ ਨੂੰ ਕੋਠਿਆਂ 'ਤੇ ਖੜ੍ਹ ਕੇ ਦੇਖਦੇ ਸੀ, ਲੋਕਾਂ ਨੂੰ ਵਿਸ਼ਵਾਸ ਸੀ ਇਹ ਕੁਛ ਕਰਨਗੇ। ਅੱਜ ਨਾ ਲੋਕਾਂ ਨੂੰ ਇਹਨਾਂ 'ਤੇ ਵਿਸ਼ਵਾਸ ਰਿਹਾ, ਇਹਨਾਂ ਨੇ ਨਾ ਤਾਂ ਨੈਤਿਕ ਤੌਰ 'ਤੇ ਠੀਕ ਕਰਿਆ। ਨੈਤਿਕ ਤੌਰ 'ਤੇ ਆਪਾਂ ਨੂੰ ਸਭ ਨੂੰ ਪਤਾ ਵੀ ਜਦ ਆਪਣੀ ਸਹੇਲੀ ਨੂੰ ਉੱਤੇ ਬਿਠਾ ਲਿਆ ਸਹੁੰ ਚੁੱਕ ਸਮਾਗਮ 'ਚ ਪਹਿਲੀ ਰੋਜ਼ 'ਚ, ਇਹ ਤਾਂ ਕੋਈ ਬੰਦਾ ਬਦਮਾਸ਼ ਵੀ ਕਈ ਵਾਰੀ ਡਰਦਾ ਵੀ ਯਾਰ ਪਿੰਡ 'ਚ ਨਾ ਆਪਦੀ ਪਤਨੀ ਦੇ ਸਾਹਮਣੇ ਐਦਾਂ ਨਾ ਬਿਠਾਓ। ਉਹ ਬਦਮਾਸ਼ ਤੋਂ ਬਦਮਾਸ਼ ਵੀ ਡਰਦਾ। ਇਹਨਾਂ ਨੂੰ ਉੱਥੇ ਬਿਠਾ ਲਿਆ, ਨੈਤਿਕਤਾ ਗਈ। ਫਿਰ ਸੰਵਿਧਾਨਕ ਤੌਰ 'ਤੇ, ਸੰਵਿਧਾਨਕ ਤੌਰ 'ਤੇ ਇਹ ਹੈ ਵੀ ਉਹ ਜਿਹੜਾ ਸਹੁੰ ਚੁੱਕ ਹੈਗਾ, ਉਹ ਸੰਵਿਧਾਨ ਦੀ ਸਹੁੰ ਚੁੱਕਦੇ ਹੋ ਤੁਸੀਂ। ਉਹਦੇ ਵਿੱਚ ਤੁਸੀਂ ਵਿਦੇਸ਼ੀ, ਜਿੰਨਾ ਚਿਰ ਉਹ ਤੁਹਾਡਾ ਸਰਕਾਰੀ ਗੈਸਟ ਨਹੀਂ, ਉਹਨਾਂ ਚਿਰ ਵਿਦੇਸ਼ੀ ਨੂੰ ਲਿਆ ਨਹੀਂ ਸਕਦੇ। ਖਾਸ ਕਰਕੇ ਜਿਹਦੇ ਦੋਸ਼ ਇਹ ਲੱਗਦੇ ਹੋਣ ਕਿ ਜੀ ਉਹ ਤਾਂ ਉਹਨਾਂ ਦੀ ਮਿਲਟਰੀ ਇੰਟੈਲੀਜੈਂਸ ਦੇ ਪੱਤਰਕਾਰ ਨੇ, ਉਹਨਾਂ ਨੂੰ ਤੁਸੀਂ ਬਿਲਕੁਲ ਨਹੀਂ ਬਿਠਾ ਸਕਦੇ। ਸੋ ਸੰਵਿਧਾਨ ਨੂੰ ਵੀ ਤੋੜਿਆ। ਫਿਰ ਹੁੰਦੀ ਹੈ ਸਾਡੀ ਮਰਿਆਦਾ। ਮਰਿਆਦਾ ਇਹ ਹੁੰਦੀ ਹੈ ਕਿ ਤੁਸੀਂ ਜਿਹੜਾ ਉੱਥੇ ਬਿਠਾਉਣਾ ਹੈ ਉਹਦਾ ਅਕਸ਼ ਚੰਗਾ ਹੋਣਾ ਚਾਹੀਦਾ ਹੈ। ਜੇ ਤੁਸੀਂ ਫਰਜ਼ ਕਰੋ ਇੱਕ ਸਮਗਲਰ ਨੂੰ ਨਾਲ ਬਿਠਾ ਲੈਂਦੇ ਹੋ ਤਾਂ ਤੁਸੀਂ ਮਰਿਆਦਾ ਤੋੜਤੀ, ਭਾਵੇਂ ਤੁਹਾਡਾ ਦੋਸਤ ਵੀ ਹੈ। ਜਦ ਤੁਸੀਂ ਉਹ, ਇਹਨਾਂ ਨੇ ਮਰਿਆਦਾ ਵੀ ਤੋੜਤੀ। ਫਿਰ ਉਸ ਤੋਂ ਅੱਗੇ ਹੁੰਦਾ ਹੈ, ਉਸ ਤੋਂ ਅੱਗੇ ਹੁੰਦਾ ਹੈ ਪ੍ਰਸ਼ਾਸਨਿਕ ਕੰਮ। ਪ੍ਰਸ਼ਾਸਨਿਕ ਕੰਮ 'ਚ ਉਹਨਾਂ ਦੀ ਸ਼ਰੇਆਮ ਦਖਲਅੰਦਾਜ਼ੀ ਹੋ ਗਈ। ਕਿਹਨੂੰ ਲਾਉਣਾ ਹੈ, ਕਿਹਨੂੰ ਬਦਲਣਾ ਹੈ, ਕਿਹਨੂੰ ਕੀ ਕਰਨਾ, ਉਹ ਦਖਲਅੰਦਾਜ਼ੀ ਸ਼ੁਰੂ ਕਰਾ ਸੀ। ਸੋ ਇਹਨਾਂ ਨੇ ਸੰਵਿਧਾਨ ਤੋੜਤਾ, ਇਹਨਾਂ ਨੇ ਪ੍ਰਸ਼ਾਸਨ ਤੋੜਤਾ, ਇਹਨਾਂ ਨੇ ਮਰਿਆਦਾ ਤੋੜਤੀ, ਇਹਨਾਂ ਨੇ ਨੈਤਿਕਤਾ ਤੋੜਤੀ। ਛੱਡਿਆ ਕੀ ਹੈ ਪੰਜਾਬ ਦਾ? ਜਿੱਦਾਂ ਤੁਸੀਂ ਗੱਲ ਕਹੀ ਹੈ ਕਿ ਅਫਸਰ ਚਲਾਉਂਦੇ ਰਹੇ ਆ ਸਰਕਾਰ, ਔਰ ਚੁਣਿਆ ਤਾਂ ਕੈਪਟਨ ਅਮਰਿੰਦਰ ਸਿੰਘ ਜਾਂ ਨੁਮਾਇੰਦਿਆਂ ਨੂੰ ਸੀਗਾ, ਅਫਸਰਾਂ ਨੇ ਤਾਂ ਕਾਗਜ਼ੀ ਕਾਰਵਾਈ ਕਰਨੀ। ਚਲੋ ਅਫਸਰ ਤਾਂ ਚਲਾਉਂਦੇ ਸੀ। ਹੁਣ ਸੁੱਖੀ ਰੰਧਾਵੇ ਹੁਣੀ ਕਹਿੰਦੇ ਕਿ ਸਰਕਾਰ ਹੀ ਉਹ ਚਲਾਉਂਦੀ ਰਹੀ ਹੈ। ਮੁਹੰਮਦ ਮੁਸਤਫਾ ਨੇ ਟਵੀਟ ਕਰਕੇ ਕਹਿ ਦਿੱਤਾ, ਉਹ ਕਹਿੰਦੇ ਕਿ DGP ਔਰ ਚੀਫ ਸੈਕਟਰੀ ਤਾਂ ਕਹਿੰਦੇ ਉਹਦੀ ਗੋਦ 'ਚ ਬੈਠੇ ਸੀ, ਰੂਸ ਆਲਮ ਨੇ ਸਰਕਾਰ ਚਲਾਈ। ਦੇਖੋ ਇਹ ਜਿਹੜਾ ਨਾ ਮੁਹੰਮਦ ਮੁਸਤਫਾ ਕਹਿੰਦਾ ਹੈ, ਜੋ ਹੁਣ ਰੰਧਾਵਾ ਸਾਹਿਬ ਕਹਿ ਰਹੇ ਨੇ, ਰੰਧਾਵਾ ਸਾਹਿਬ ਉਦੋਂ ਸੁੱਤੇ ਪਏ ਸੀ ਜਦੋਂ ਗੋਦ 'ਚ ਬਹਿੰਦੇ ਸੀ, ਉਦੋਂ ਕਿਉਂ ਨਹੀਂ ਬੋਲੇ? ਮਾੜੀ ਮੋਟੀ ਤਾਂ ਹਿੰਮਤ ਰੱਖਦੇ ਤਾਂ ਪੋਲੀਟੀਸ਼ੀਅਨ ਨੇ। ਇੱਦੋਂ ਤਾਂ ਯਾਰ ਸਾਡੇ ਵਰਗੇ ਜਿਹੜੇ ਜਿਨ੍ਹਾਂ ਕੋਲ ਕੋਈ ਪਾਵਰ ਨਹੀਂ ਹੁੰਦੀ, ਫਾਈਲਾਂ 'ਤੇ ਲਿਖ ਦਿੰਦੇ। ਮੁੱਖ ਮੰਤਰੀ ਦੇ ਜੋ ਪ੍ਰੋਗਰਾਮ ਸੀ ਉਹਨਾਂ ਦੇ ਖਿਲਾਫ ਮੈਂ ਲਿਖਿਆ ਹੋਇਆ ਫਾਈਲਾਂ 'ਤੇ ਵੀ ਇਹ ਗੱਲ ਠੀਕ ਨਹੀਂ ਹੈ। ਫੈਸਲਾ ਤਾਂ ਮੈਨੂੰ ਸੈਕਟਰੀ ਨੇ ਕਿਹਾ ਕਿ ਇਹ ਤਾਂ ਮੁੱਖ ਮੰਤਰੀ ਦਾ ਬੜਾ ਪੈਟ ਪ੍ਰੋਗਰਾਮ ਹੈ, ਸੈਂਟੀਮੈਂਟਲ ਨੇ ਉਹ। ਮੈਂ ਕਿਹਾ ਜੀ ਉਹ ਹੋਣਗੇ ਸੈਂਟੀਮੈਂਟ, ਉਹਨਾਂ ਦਾ ਉਹਨਾਂ ਨਾਲ ਹੈ, ਮੇਰਾ ਮੇਰੇ ਨਾਲ ਹੈ। ਮੈਂ ਲਿਖਤਾ ਵੀ ਇਹ ਗੱਲ ਤਾਂ ਬਾਕੀ ਚੱਲਣੀ ਤਾਂ ਮੁੱਖ ਮੰਤਰੀ ਦੀ ਹੋਈ ਹੈ। ਮੈਂ ਮੈਂ ਐਵੇਂ ਟਟੀਰੀ ਵਾਂਗੂ ਲੱਤਾਂ ਉੱਚੇ ਕਰਕੇ ਬਹਿ ਜਾਓ, ਅਸਮਾਨ ਥੰਮੇ ਹੈ। ਮੈਨੂੰ ਪਤਾ ਮੇਰੀ ਪੋਜੀਸ਼ਨ ਕਿੰਨੀ ਕੁ ਹੈ, ਪਰ ਮੈਂ ਫਾਈਲ 'ਤੇ ਲਿਖ ਸਕਦਾ। ਸੋ ਮੈਂ ਲਿਖਤਾ ਵੀ ਇਹ ਗਲਤ ਹੈ। ਸੋ ਇਸ ਕਰਕੇ ਇਹਨਾਂ ਨੂੰ, ਰੰਧਾਵਾ ਸਾਹਿਬ ਨੂੰ ਜਾਂ ਮੁਸਤਫਾ, ਜਦ ਮੁਸਤਫਾ ਨੂੰ ਸਿੱਟ ਦਾ ਲਾਇਆ ਸੀ ਇਹਨਾਂ ਨੇ, ਮੈਂ ਤੁਹਾਨੂੰ ਮੁਸਤਫਾ ਦੀ ਗੱਲ ਦੱਸ ਦਿੰਦਾ। ਮੁਸਤਫਾ ਕੀ ਕਰਦਾ ਸੀ? ਮੁਸਤਫਾ ਨੂੰ ਲਾਤਾ ਸਿੱਟ ਦਾ ਇੰਚਾਰਜ। ਇੱਕ TV 'ਤੇ ਬਹਿਸ ਹੋ ਰਹੀ ਸੀ, ਮੁਸਤਫਾ ਸਾਹਿਬ ਔਨਲਾਈਨ ਕਹਿੰਦੇ ਮੈਂ ਸਭ ਖਤਮ ਕਰਤੇ ਨਸ਼ੇ। ਮੈਨੂੰ ਪੁੱਛਿਆ ਐਂਕਰ ਨੇ ਵੀ ਕੀ ਹੈ, ਬਾਕੀ ਤਾਂ ਕੁਛ ਨਾ ਬੋਲਣ,
ਪਾਰਟੀਆਂ ਵਾਲੇ ਤਾਂ ਤੁਹਾਨੂੰ ਪਤਾ ਹੀ ਹੈ ਜਾਂ ਉਹ ਇੱਕ ਦੂਜੇ, ਮੈਂ ਕਿਹਾ ਇਹ ਗਲਤ ਬਿਆਨੀ ਕਰ ਰਿਹਾ, ਬਿਲਕੁਲ ਨਹੀਂ। ਇਹ ਡੀਜੀਪੀ ਹੈ ਜਿਹੜਾ ਸਿੱਟ ਦਾ, ਇਹ ਬਿਲਕੁਲ ਗਲਤ ਕਰ ਰਿਹਾ। ਕੋਈ ਨਸ਼ੇ ਨਹੀਂ ਰੁਕੇ ਬਲਕਿ ਵਧੇ ਨੇ। ਤਾਂ ਅਕਾਲੀਆਂ ਦਾ ਇੱਕ ਨਵਾਂ ਜਿਹਾ ਮੁੰਡਾ ਆਇਆ ਹੋਇਆ ਸੀ, ਬਾਕੀਆਂ ਦੇ ਤਾਂ ਪੁਰਾਣੇ ਘਾਗ ਸੀਗੇ। ਉਹ ਕਹਿੰਦਾ ਡਾਕਟਰ ਗਰਗ ਸਾਹਿਬ ਨੂੰ ਤਾਂ ਹੁਣ ਜਦ ਬਾਹਰ ਨਿਕਲਣਗੇ ਨਾ ਉਹ ਵੀ ਮੁਸਤਫੇ ਨੇ ਅਰੈਸਟ ਕਰ ਲੈਣਾ। ਮੈਂ ਕਿਹਾ ਕਰ ਲੈਣ, ਕਰਨ ਨੂੰ ਕੀ ਹੈ, ਇਹ ਤਾਂ ਕੋਈ ਖਾਸ ਗੱਲ ਨਹੀਂ। ਤੋ ਫਿਰ ਇੰਟਰਵਲ ਦੇ ਵਿੱਚ ਬੰਦਿਆਂ ਨੇ ਕਿਹਾ ਵੀ ਤੂੰ ਜਾਣਦਾ ਨਹੀਂ ਵੀ ਗਰਗ ਸਾਹਿਬ ਨੂੰ ਆਏ ਨਹੀਂ ਅਰੈਸਟ ਕਰਿਆ ਜਾਂਦਾ, ਫੈਸਲਾ ਤਾਂ ਉੱਤੇ ਹੋਊਗਾ, ਮੁਸਤਫੇ ਦੇ ਹਿੰਮਤ ਨਹੀਂ ਹੈ। ਹਾਂ ਅਰੈਸਟ ਤਾਂ ਕੋਈ ਐਸੇ ਹੀ ਕਰੂਗਾ, ਪਰ ਫੈਸਲਾ ਉੱਤੇ ਹੋਊਗਾ ਵੀ ਇਹਨੂੰ ਇਹ ਰੋਜ਼ ਬੋਲਦਾ, ਚਲੋ ਅੱਜ ਇਹਨੂੰ ਅੰਦਰ ਠੋਕੋ। ਇਹਨੂੰ ਆਏ ਨਹੀਂ ਵੀ ਮੁਸਤਫਾ ਫੈਸਲਾ ਕਰ ਲੈ ਵੀ ਇਹਨੂੰ ਫੜ ਲਓ। ਇਹ ਜਿਹੇ ਤਾਂ ਵੱਡੇ ਪੰਗੇ ਤਾਂ ਹੀ ਮੈਂ ਹੁਣ ਬਰਗਾੜੀ ਕਾਂਡ ਉੱਥੇ ਕਿਉਂ ਕੋਟਕਪੂਰਾ ਗੋਲੀ ਕਾਂਡ 'ਚ ਅਤੇ ਬਰਗਾੜੀ ਗੋਲੀ ਕਾਂਡ 'ਚ ਰੌਲਾ ਕਿਉਂ ਪੈ ਰਿਹਾ ਵੀ ਉਹਨਾਂ ਨੇ ਗੋਲੀ ਕਿਵੇਂ ਚਲਾਤੀ ਮੁੱਖ ਮੰਤਰੀ ਦੀ ਰਾਏ ਤੋਂ ਬਿਨਾਂ? ਕਿਉਂਕਿ ਵੱਡੇ ਫੈਸਲਾ ਤਾਂ ਹਮੇਸ਼ਾ ਐਗਜ਼ੀਕਿਊਟ ਕੋਈ ਹੋਰ ਹੀ ਬੰਦਾ ਕਰਦਾ ਹੈ, ਪਰ ਫੈਸਲਾ ਉੱਤੇ ਲਿਆ ਜਾਂਦਾ ਹੈ, ਉੱਤੋਂ ਇਸ਼ਾਰਾ ਹੁੰਦਾ ਵੀ ਕਰ ਦਿਓ, ਚੱਕ ਦਿਓ ਫੱਟੇ। ਮੇਰੇ ਇਹੋ ਜਿਹੇ ਸਬੋਰਡੀਨੇਟ ਨੇ, ਇੱਕ ਵਾਰੀ ਮੇਰੇ ਇੱਕ ਸਬੋਰਡੀਨੇਟ ਨੇ ਪੁੱਛਿਆ, ਕੋਈ ਮੈਰਿਟ ਤੋੜ ਰਹੇ ਸੀ ਇਹ, ਅਤੇ ਮੇਰੇ ਕੁਲੀਗ ਜੂਨੀਅਰ ਕੁਲੀਗ ਨੇ ਕਿਹਾ, ਮੈਨੂੰ ਫੋਨ ਆਇਆ ਕਿ ਜੋ ਮੈਰਿਟ ਤੋੜ ਰਹੇ ਨੇ। ਮੈਂ ਕਿਹਾ ਤੁਹਾਨੂੰ ਨਹੀਂ ਪਤਾ ਵੀ ਮੈਰਿਟ ਟੁੱਟਣ ਨਹੀਂ ਦੇਣੀ ਚਾਹੀਦੀ? ਕਹਿੰਦੇ ਜੀ ਫਿਰ ਮੈਂ ਕਹਿ ਦਾਂ? ਮੈਂ ਕਹਿ ਦੇ। ਉਹਨਾਂ ਹਾਲ 'ਚ ਅਨਾਊਂਸ ਕਰਤਾ ਵੀ ਯੂਨੀਵਰਸਿਟੀ ਮੈਰਿਟ ਨਹੀਂ ਟੁੱਟਣ ਦੇਗੀ, ਸਰਕਾਰ ਤੋੜਨਾ ਚਾਹੁੰਦੀ ਹੈ। ਅਤੇ ਇਹਨਾਂ ਦੇ ਐਡਮਿਸ਼ਨ ਕਮੇਟੀ ਦੇ ਚੇਅਰਮੈਨ ਨੂੰ ਪਿੱਛੋਂ ਦੀ ਭੱਜਣਾ ਪਿਆ, ਪਰ ਉਹ ਜਿਹੜਾ ਮੇਰੇ ਅਧਿਕਾਰੀ ਨੇ ਉੱਥੇ ਕਿਹਾ, ਉਹਨੇ ਆਪੇ ਨਹੀਂ ਕਹਿਤਾ। ਉਹਨੇ ਇਹ ਗੱਲ ਜਦ ਕਹੀ ਅਸੀਂ ਮੈਰਿਟ ਨਹੀਂ ਟੁੱਟਣ ਦਿਆਂਗੇ, ਇਹਦਾ ਮੈਂ ਉੱਤੇ ਫੈਸਲਾ ਕੋਈ ਐਂ ਨਹੀਂ ਹੁੰਦਾ। ਵੱਡੇ ਫੈਸਲੇ ਹਮੇਸ਼ਾ ਉੱਤੇ ਲਏ ਜਾਂਦੇ ਨੇ, ਵੱਡੇ ਫੈਸਲੇ ਥੱਲੇ ਨਹੀਂ ਲਏ ਜਾ ਸਕਦੇ। ਸੋ ਇਸ ਕਰਕੇ ਜਿਹੜਾ ਕੈਪਟਨ ਸਾਹਿਬ ਦੇ ਜਿਹੜੇ ਫੈਸਲੇ ਹੁੰਦੇ ਰਹੇ ਨੇ, ਉਦੋਂ ਇਹ ਰੰਧਾਵਾ ਕਿੱਥੇ ਗਿਆ ਸੀ, ਉਦੋਂ ਮੁਸਤਫਾ ਕਿੱਥੇ ਗਿਆ ਸੀ ਬੋਲਣ 'ਚ? 4.5 ਸਾਲ ਤੁਸੀਂ ਮਲਾਈ ਖਾਂਦੇ ਰਹੋ ਅਤੇ ਉਦੋਂ ਮੁੜ ਕੇ ਤੁਸੀਂ ਕਹੋ ਸਭ ਕੁਛ ਹੀ ਮਾੜਾ ਸੀ ਹੈਂ। ਫਿਰ ਤੁਸੀਂ ਕਦੇ ਇੱਧਰ ਦੀ ਗੱਲ ਕਰ ਦਿਓ, ਕਦੇ ਉੱਧਰ ਦੀ ਕਰ ਦਿਓ। ਇਸੇ ਨਹੀਂ ਸਾਡੇ ਮੁਲਕ ਦਾ ਭੱਠਾ ਵਟਾਇਆ, ਇਸੇ ਨਹੀਂ, ਕਿਉਂਕਿ ਸਿਆਸਤਦਾਨ ਇੰਨਾ ਖੁਦਗਰਜ਼ ਹੋ ਗਿਆ। ਸਿਆਸਤ 'ਚ ਕੁਰਬਾਨੀ ਹੁੰਦੀ ਹੈ। ਅਜੇ ਅਫਸਰ ਕਈ ਵਾਰ ਕੁਰਬਾਨੀ ਤੋਂ ਡਰਦਾ ਹੈ, ਸਿਆਸਤ ਕੁਰਬਾਨੀ ਤੋਂ ਡਰਦੀ ਨਹੀਂ ਹੁੰਦੀ। ਸਾਡੀ ਆਜ਼ਾਦੀ ਸਿਆਸਤੀ ਕੁਰਬਾਨੀ ਨਾਲ ਆਈ ਹੈ, ਅਫਸਰਾਂ ਨੇ ਨਹੀਂ ਕੁਰਬਾਨੀ ਕਰੀ ਉਹਦੇ 'ਚ। ਸੋ ਕੁਰਬਾਨੀ ਤੋਂ ਇਹ ਡਰਦੇ ਨੇ, ਇਹ ਹਲਵਾ ਮੰਡਾ ਖਾਣਾ ਚਾਹੁੰਦੇ ਨੇ। ਇਹ ਇਹਨਾਂ ਦਾ ਉਹ ਹਾਲ ਹੈ, ਜਿੱਥੇ ਵੇਖਾਂ ਤਵਾ ਪ੍ਰਾਂਤ ਉੱਥੇ ਗਾਵਾਂ ਦਿਨ ਤੇ ਰਾਤ। ਜਿੰਨਾ ਚਿਰ ਕੈਪਟਨ ਤਾਕਤ ਸੀ ਉਹਨਾਂ ਚਿਰ ਉਹਦੀ ਚਮਚੀ ਮਾਰਦੇ ਸੀ, ਮਹਾਰਾਜ 108 ਕਹਿੰਦੇ ਸੀ। ਜਿੱਦਾਂ ਉਹ ਚਲਾ ਗਿਆ ਉਦੋਂ ਹੋਰਾਂ ਦੀ ਚਮਚੀ ਮਾਰਨ ਲੱਗ ਗਏ। ਜਿੱਦਾਂ ਇਹਨਾਂ ਦੇ ਪ੍ਰਧਾਨ ਦੀ ਕੋਈ ਬਹੁਤੀ ਕੰਟਰੋਵਰਸੀ ਨਹੀਂ ਸੀ, ਉਹਦੇ ਸਾਰੇ ਉਹਦੇ ਨਾਲ ਖੜ ਗਏ ਸੀ। ਜਦੋਂ ਉਹਦੀ ਮਾੜੀ ਮੋਟੀ ਕੰਟਰੋਵਰਸੀ ਸ਼ੁਰੂ ਹੋ ਗਈ ਉਦੋਂ ਸਾਰੇ ਭੱਜਣੇ ਸ਼ੁਰੂ ਹੋ ਗਏ। ਸੋ ਇਹ ਤਾਂ ਜਿੱਥੇ ਤਾਕਤ ਦੇਖਦੇ ਨੇ ਉੱਥੇ ਇਕੱਠੇ ਹੁੰਦੇ ਨੇ। ਇਹਨਾਂ ਦਾ ਕੋਈ ਉਹ ਨਹੀਂ ਹੈ ਕਿ ਆਪਾਂ ਨੇ ਪੰਜਾਬ ਦਾ ਕੁਛ ਕਰਨਾ, ਆਪਾਂ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ। ਹੁਣ ਹੀ ਦੇਖ ਲਓ ਤੁਸੀਂ, ਸਰਬ ਪਾਰਟੀ ਮੀਟਿੰਗ ਹੋਈ ਹੈ, ਬਹੁਤ ਅੱਛੀ ਹੋਈ ਹੈ। ਇਸੇ ਨੂੰ ਲੈ ਕੇ ਮੈਂ ਇੱਕ ਸਵਾਲ ਵੀ ਤੁਹਾਨੂੰ ਕਰਨਾ ਚਾਹੁੰਦਾ, ਸਰਬ ਪਾਰਟੀ ਮੀਟਿੰਗ ਨੂੰ ਲੈ ਕੇ, ਕਿਉਂਕਿ ਦੋ ਮੁੱਦੇ ਤਾਂ ਇਹਨਾਂ ਨੇ ਵਿਚਾਰੇ ਨੇ ਕਿ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਗੱਲ ਇਹਨਾਂ ਨੇ ਕਹੀ ਹੈ ਕਿ ਅਸੀਂ ਸੈਸ਼ਨ ਬੁਲਾ ਕੇ ਰੱਦ ਕਰਨਾ। ਇੱਕ BSF ਦੇ ਮਸਲੇ ਨੂੰ ਲੈ ਕੇ ਇਹਨਾਂ ਨੇ ਮੀਟਿੰਗ ਕੀਤੀ। ਤੁਹਾਨੂੰ ਲੱਗਦਾ ਕਿ ਦੋ ਜਿਹੜੇ ਇਸ਼ੂ ਸੀਗੇ, ਕੁਝ ਹੋਰ ਵੀ ਇਸ਼ੂ ਹੈਗੇ ਸੀਗੇ ਇੰਪੋਰਟੈਂਟ, ਉਹ ਵੀ ਰੱਖੇ ਜਾਣੇ ਚਾਹੀਦੇ ਸੀਗੇ, ਜਾਂ ਫਿਰ ਨਾਲ ਜਿਹੜਾ ਸਰਬ ਪਾਰਟੀ ਮੀਟਿੰਗ ਦੇ ਵਿੱਚ ਦੋ ਇਸ਼ੂ ਵਿਚਾਰੇ ਗਏ, ਖੇਤੀਬਾੜੀ ਕਾਨੂੰਨ ਸੈਸ਼ਨ ਬੁਲਾ ਕੇ ਰੱਦ ਹੋ ਸਕਦਾ? ਦੇਖੋ ਗੱਲ ਇਹ ਹੈ, ਜਿੱਥੋਂ ਕਿ ਪਹਿਲੀ ਗੱਲ ਮੈਂ ਇਹ ਗੱਲ ਦੇਵਾਂਗਾ, ਵਧਾਈ ਦੇਵਾਂਗਾ ਸਾਰੀਆਂ ਪਾਰਟੀਆਂ ਨੂੰ, ਉਹਨਾਂ ਦੇ ਪ੍ਰਧਾਨਾਂ ਨੂੰ, ਕਿ ਉਹਨਾਂ ਨੇ ਇਹ ਸਰਬ ਪਾਰਟੀ ਮੀਟਿੰਗ ਕਰੀ ਹੈ। ਉਹਨਾਂ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉੱਥੇ ਫੈਸਲੇ ਜ਼ਰੂਰ ਮੰਨੇ ਨੇ, ਪਰ ਨਾਲ ਦੀ ਨਾਲ ਕਿੰਤੂ ਪਰੰਤੂ ਕਰਿਆ। ਜਿਹੜਾ ਚਾਰਜ ਮੈਂ ਰੰਧਾਵੇ ਹੋਰਾਂ 'ਤੇ ਲਾਇਆ, ਰੰਧਾਵਾ ਸਾਹਿਬ ਹੋਰਾਂ 'ਤੇ, ਉਹ ਇਹਨਾਂ 'ਤੇ ਲਾਇਆ ਨਹੀਂ ਜਾ ਸਕਦਾ, ਕਿਉਂਕਿ ਇਹਨਾਂ ਨੇ ਕਿੰਤੂ ਪਰੰਤੂ ਵੀ ਕਰਿਆ ਵੀ ਦੇਖੋ ਤੁਸੀਂ ਬੁਲਾ ਲਿਆ, ਤੁਸੀਂ ਆਹ ਗਲਤੀਆਂ ਕਰਦੇ ਹੋ, ਪਰ ਕੋਈ ਗੱਲ ਨਹੀਂ, ਇਸ ਗੱਲ 'ਤੇ ਅਸੀਂ ਤਾਂ ਨਾਲ ਹਾਂ। ਕਿਸੇ ਵੀ ਬੰਦੇ ਨੂੰ ਇਹ ਕਹਿਣਾ ਵੀ ਤੂੰ ਹੈ ਗਲਤ, ਪਰ ਇੱਥੇ ਮੈਂ ਤੇਰੇ ਨਾਲ ਖੜਾ, ਇਹ ਸਿਆਣਪ ਹੈ ਵਿਰੋਧੀ ਪਾਰਟੀਆਂ ਦੀ। ਕਾਂਗਰਸ ਨੇ ਪਹਿਲਾਂ ਸਿਆਣਪ ਕੈਪਟਨ ਸਾਹਿਬ ਵੇਲੇ ਵੀ ਇਹਨਾਂ ਨੇ 115 MLA ਨੇ, ਕਿਉਂਕਿ BJP ਤਾਂ ਆਉਂਦੀ ਨਹੀਂ। BJP ਜਿਹਨੂੰ ਤੁਸੀਂ ਕਹਿੰਦੇ ਤਾਕਤ ਰਹੂਗੀ, ਉਹਦੇ ਤਾਂ ਹੁਣ ਨਹੀਂ ਆਈ, ਉਹ ਪਾਰਟੀ ਨਹੀਂ ਆਈ, ਇੱਥੇ ਪਾਰਟੀਸਪੇਟ ਹੀ ਨਹੀਂ ਕਰਿਆ, ਉਹ ਪੰਜਾਬ ਦੀ ਤਾਕਤ ਲੈ ਲੈਣਗੇ। ਸੋ ਉਦੋਂ ਵੀ ਆਏ ਸੀ, ਉਦੋਂ ਵੀ ਉਹ ਦੋਏ ਨਹੀਂ ਆਏ, 115 ਆਏ। 115 ਇਕੱਠੇ ਹੋ ਕੇ ਗਵਰਨਰ ਸਾਹਿਬ ਕੋਲ ਗਏ। ਉਦੋਂ ਮੁੜ ਕੇ ਕੈਪਟਨ ਸਾਹਿਬ ਨੇ ਸਿਹਰਾ ਆਪਦੇ ਸਿਰ ਬਣਨਾ ਸ਼ੁਰੂ ਕਰਤਾ। ਸਿਹਰਾ ਕਿਉਂ ਬਣਾਉਣਗੇ ਵੀ ਉਹ ਕਹਿੰਦੇ ਚੰਗਾ ਫਿਰ ਜਾ ਭੱਜਾ। ਇਹ ਤਾਂ ਬਲਕਿ ਕਾਂਗਰਸ ਦੀ ਲੋੜ ਸੀ ਕਿ ਉਹ ਇਕੱਠੇ ਰਹਿਣ। ਅੱਜ ਵੀ ਮੈਂ ਕਹਾਂਗਾ, ਜੇ ਕਾਂਗਰਸ ਆਪਦੇ ਜੁਮੇ ਸਿਹਰਾ ਬੰਨੇਗੀ ਪਹਿਲੀ ਗੱਲ ਤਾਂ ਇਹ ਸਫਲ ਹੀ ਨਹੀਂ ਹੋਣਾ। ਅਤੇ ਦੂਜੀ ਗੱਲ, ਜਿਹੜਾ ਇਹਦੇ 'ਚ ਲਿਆ ਗਿਆ ਸਾਡੀਆਂ ਸਾਰੀਆਂ ਪਾਰਟੀਆਂ ਦਾ, ਮੈਨੂੰ ਨਹੀਂ ਪਤਾ ਵੀ ਅੰਦਰ ਜੇ ਕਿਸੇ ਨੇ ਕਿਹਾ ਹੋਵੇ ਤਾਂ ਮੈਂ ਐਪਰੀਸ਼ੀਏਟ ਕਰਾਂਗਾ ਇਸ ਗੱਲ ਨੂੰ, ਕਿਉਂਕਿ ਮੇਰੇ ਸਾਹਮਣੇ ਸਾਰੀ ਕਾਰਵਾਈ ਹੈ ਨਹੀਂ, ਜਿੰਨੀ ਕੁ ਹੈ ਉਹਦੇ 'ਚ ਦੋ ਮੁੱਦੇ ਤਾਂ ਲੈ ਲਏ। ਪੰਜਾਬੀ ਦਾ ਮੁੱਦਾ ਐਡਾ ਵੱਡਾ ਚੰਨੀ ਸਾਹਿਬ ਨੇ ਖੁਦ ਉਠਾਇਆ, ਅਤੇ ਇਹਨਾਂ ਦੇ ਜਿਹੜੇ ਪ੍ਰਗਟ ਸਿੰਘ ਜੀ ਨੇ ਖੁਦ ਉਠਾਇਆ। ਫਿਰ ਉੱਥੇ ਲਿਆ ਕਿਉਂ ਨਹੀਂ ਵੀ ਪੰਜਾਬੀ ਦਾ ਜਿਹੜਾ ਗੌਣ ਵਿਸ਼ਾ ਬਣਾਤਾ ਮਾਈਨਰ ਵਿਸ਼ਾ। ਹਾਲਾਂਕਿ ਇਹਨਾਂ ਨੂੰ ਇਹ ਪਤਾ ਨਹੀਂ ਵੀ ਬਣਾਇਆ ਤਾਂ ਪਹਿਲਾਂ ਤੋਂ ਜਨਵਰੀ 2021 'ਚ ਉਹਨੂੰ ਪਹਿਲੇ ਵਿਸ਼ਿਆਂ 'ਚ ਬਦਲਤਾ, ਥੱਲੇ ਲਾਤਾ ਉਹਨੂੰ ਪਹਿਲਾਂ ਹੀ।
ਪਰ ਚਲੋ ਗੌਣ ਵਿਸ਼ਾ ਕਹਿ ਕੇ ਵੀ ਉਹ ਕਿਉਂ ਨਹੀਂ ਲਿਆ ਵੀ ਅਸੀਂ ਇਹ ਵੀ ਗੱਲ ਕਰਾਂਗੇ ਵੀ CBSE ਤੁਹਾਡੇ ਬਾਬੂ ਕੌਣ ਹੁੰਦੇ ਨੇ ਇਦਾਂ ਦੀ ਫੈਸਲਾ ਕਰਨ ਵਾਲੇ। ਫਿਰ ਉਹ ਮੁੱਖ ਮੰਤਰੀ ਚਿੱਠੀ 'ਚ ਇਹਨਾਂ ਦਾ ਇੱਕ ਬਾਬੂ ਲਿਖ ਦਿੰਦਾ ਹੈ ਵੀ ਇਹ ਤਾਂ ਕੋਈ ਗਲਤ ਕਰਿਆ ਹੀ ਨਹੀਂ, ਤੇ ਬਾਬੂ ਕੌਣ ਹੁੰਦਾ ਮੁੱਖ ਮੰਤਰੀ ਦਾ ਜਵਾਬ ਦੇਣ ਵਾਲਾ? ਜਵਾਬ ਦੇਵੇ ਕੋਈ ਉਹ ਦੇਵੇ ਐਜੂਕੇਸ਼ਨ ਮਿਨਿਸਟਰ ਦੇਵੇ ਕੇਂਦਰ ਦਾ ਹੈ। ਤੁਸੀਂ ਬਾਬੂਆਂ ਤੋਂ ਜਵਾਬ ਦੇਣੋ ਮੁੱਖ ਮੰਤਰੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇਸ ਦੀ ਜਿਹੜਾ ਇਹਨਾਂ ਨੂੰ ਅਣਖਣੀ। ਇੱਕ ਵਾਰੀ ਸਾਡੇ ਇੱਕ ਡਾਇਰੈਕਟਰ ਸੀਗੇ, ਉਹਨਾਂ ਨੂੰ ਨਾ ਕਿਸੇ PA ਨੇ ਚਿੱਠੀ ਲਿਖਤੀ, ਉਹ ਚੁੱਕ ਕੇ ਲੈ ਗਏ IAS ਅਫਸਰ ਜਿਹੜੀ ਸੈਕਟਰੀ ਸੀ, ਕਹਿੰਦੇ ਬੀਬੀ ਤੁਸੀਂ ਤਾਂ ਅਫਸਰ ਹੋ ਗਏ, ਵੱਡੇ ਅਫਸਰ ਹੋ ਗਏ, ਆਹ ਤੁਹਾਡਾ ਮੁੰਡੂ ਕੌਣ ਹੈ? ਜੇ ਇਹ ਚਿੱਠੀ ਲਿਖੂਗਾ ਤੇਰੀ ਲਿਖੀ ਹੋਈ ਚਿੱਠੀ ਦਾ ਮੇਰਾ PN ਜਵਾਬ ਦਿਆ ਕਰੂ। ਐਂ ਦੱਸਣਾ ਪੈਂਦਾ। ਤੁਸੀਂ ਉਹਨਾਂ ਨੂੰ ਦੱਸੋ, ਬਾਬੂ ਲਿਖਦੇ ਨੇ ਚਿੱਠੀ ਮੁੱਖ ਮੰਤਰੀ ਦੀ ਚਿੱਠੀ 'ਤੇ ਵੀ ਅਸੀਂ ਗਲਤ ਨਹੀਂ ਕਰਿਆ। CBSE ਦੇ ਬਾਬੂ ਕੌਣ ਨੇ? ਜਿੰਨਾ ਮਰਜ਼ੀ ਉਹ ਅਧਿਕਾਰੀ ਹੋਵੇ, ਮੁੱਖ ਮੰਤਰੀ ਦੀ ਚਿੱਠੀ ਦਾ ਜਵਾਬ ਐਜੂਕੇਸ਼ਨ ਮਿਨਿਸਟਰ ਦੇਵੇ। ਉਹਨੇ ਦਿੱਤਾ ਨਹੀਂ। ਸੋ ਇਸ ਕਰਕੇ ਉਹਦੇ 'ਤੇ ਬੋਲਦੇ ਨਹੀਂ, ਉਹ ਵਿਸ਼ਾ ਨਹੀਂ ਹੁੰਦੇ ਆ ਵੀ ਆਹ ਦੇਖ ਲਓ ਜੀ, ਇੱਕ ਤਾਂ ਪਹਿਲਾਂ ਸਾਡਾ ਜਾਤੀ ਕਰੀ, ਮੁੜ ਕੇ ਸਾਡਾ ਮੁੱਖ ਮੰਤਰੀ ਪੰਜਾਬ ਦਾ ਨਾ। ਵਿਰੋਧੀ ਪਾਰਟੀਆਂ ਵੀ ਉਸ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਮੰਨਦੀਆਂ ਨੇ, ਕਹਿੰਦੇ ਵੀ ਸਾਡੇ ਮੁੱਖ ਮੰਤਰੀ ਦੀ ਚਿੱਠੀ 'ਤੇ ਤੁਹਾਡਾ ਬਾਬੂ ਜਵਾਬ ਦਿੰਦਾ। ਇਹਦਾ ਮਤਲਬ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਹੋ ਪੰਜਾਬ ਦੀ। ਦੂਜਾ, ਪੰਜਾਬ ਦਾ ਝੋਨਾ ਮੰਡੀਆਂ 'ਚ ਗਿੱਲਾ ਹੋ ਗਿਆ, ਨਰਮਾ ਮਾਰਿਆ ਗਿਆ, ਉਹਦੇ ਉੱਤੇ ਇੱਕ ਫੰਡ ਹੁੰਦਾ, ਇੱਕ ਸਟੇਟ 'ਚ ਹੁੰਦਾ ਫੰਡ ਡਿਜ਼ਾਸਟਰ ਦਾ, ਇੱਕ ਹੁੰਦਾ ਇਹਨੂੰ ਡਿਜ਼ਾਸਟਰ ਮੰਨਿਆ ਜਾਂਦਾ, ਆਫਤ, ਕੁਦਰਤੀ ਆਫਤ ਹੈ ਇਹ। ਸੋ ਕੁਦਰਤੀ ਆਫਤ ਦੇ ਵਿੱਚ ਉਹ ਫੰਡ ਨੈਸ਼ਨਲ ਡਿਜ਼ਾਸਟਰ ਰਿਲੀਫ ਫੰਡ ਹੈ, NDRF। ਉਹ ਜਿਹੜਾ ਨੈਸ਼ਨਲ ਡਿਜ਼ਾਸਟਰ ਰਿਲੀਫ ਫੰਡ ਉਹ ਹੈ ਹੀ ਇਹਨਾਂ ਕੰਮਾਂ ਵਾਸਤੇ। ਉਹ ਤੋਂ ਕਿਉਂ ਨਹੀਂ ਲਿਖਿਆ ਵੀ ਉਹ ਤੋਂ ਵੀ ਹਿੱਸਾ ਮੰਗਾਂਗੇ? ਹਾਲਾਂਕਿ ਚਾਹੀਦਾ ਤਾਂ ਇਹ ਸੀ, ਇਹ ਚਾਰੇ ਗੱਲ ਮੰਗਦੇ ਹੌਲੀ ਹੌਲੀ ਮੰਗਣਾ ਚਾਹੀਦਾ ਵੀ ਜਿਹੜੇ ਸਾਡੇ ਸੰਵਿਧਾਨ 'ਚ ਅਧਿਕਾਰ ਤੁਸੀਂ ਖੋੜੇ ਨਾ, ਜੱਫਾ ਮਾਰ ਲਿਆ, ਉਹ ਵਾਪਸ ਕਰੋ। ਹੁਣ ਕੀ ਹੈ, ਕੇਂਦਰ ਨੇ ਫੈਸਲਾ ਕਰਿਆ ਹੁਣ MD MA 'ਚ ਐਡਮਿਸ਼ਨ ਹੋਣੀ ਹੈ। ਇਮਤਿਹਾਨ ਪਹਿਲਾਂ ਹੀ ਆਪਦੇ ਹੱਥ 'ਚ ਲੈ ਲਿਆ ਇਹਦਾ MBBS ਦਾ ਵੀ, ਉਹਦਾ ਜਿਹੜੀ ਆਮਦਨ ਹੁੰਦੀ ਸੀ ਯੂਨੀਵਰਸਿਟੀ ਨੂੰ ਉਹ ਬੰਦ ਹੋ ਗਈ ਸੂਬਿਆਂ ਨੂੰ। ਹੁਣ ਲੈ ਲਿਆ ਕਿ ਦਾਖਲਾ ਸਾਰੇ ਦਾ ਸਾਰਾ ਕੇਂਦਰ ਕਰੂ। ਦੂਜੀ ਗੱਲ, ਫੀਸ ਵੀ ਕੇਂਦਰ ਤੈਅ ਕਰੂ। ਉਹ 'ਚ ਕਹਿੰਦਾ 50% ਫੀਸ ਪ੍ਰਾਈਵੇਟ ਵਾਲੇ ਜਿੰਨੀ ਮਰਜ਼ੀ ਰੱਖ ਲੈਣ, ਅੱਗੇ ਸੂਬਾ ਸਰਕਾਰਾਂ ਕਰਦੀਆਂ ਸੀ। ਹੁਣ ਉਹ ਬਾਹਰਲੇ ਬੱਚੇ ਸਾਡੇ ਕੋਲ ਆ ਕੇ ਦਾਖਲਾ ਲੈਣਗੇ, ਸਾਨੂੰ ਤਾਂ ਸਪੈਸਿਸ ਮਿਲਣਾ ਹੀ ਨਹੀਂ, ਖਰਚੇ ਸਾਡੇ ਹੋਣਗੇ, ਪੜ੍ਹਾਈ ਉਹ ਕਰ ਜਾਣਗੇ, ਚਲੇ ਉਹ ਬਾਹਰ ਜਾਣਗੇ। 535 ਪੋਸਟਾਂ ਖਾਲੀ ਪਈਆਂ ਨੇ ਪੰਜਾਬ 'ਚ ਸਪੈਸਿਸਟਾਂ ਦੀਆਂ, ਜ਼ਿਆਦਾ ਖਾਲੀ ਤਾਂ ਜ਼ਿਆਦਾ ਨੇ, 535 ਤਾਂ ਐਡਵਰਟਾਈਜ਼ ਕਰੀਆਂ ਸਤੰਬਰ 'ਚੋਂ ਨਹੀਂ, ਅਤੇ ਇਹਨਾਂ ਨੂੰ ਸਪੈਸਿਸ ਮਿਲਣਾ ਕਿੱਥੋਂ? ਸੋ ਜੇ ਕੇਂਦਰ ਨੇ ਇਹੋ ਜਿਹੇ ਫੈਸਲੇ ਕਰਨੇ ਨੇ, ਇਹ ਕਿਉਂ ਨਹੀਂ ਕਹਿੰਦੇ ਕਿ ਜੀ ਤੁਸੀਂ MD ਦਾ ਹੁਣ ਇਹ ਫੈਸਲਾ ਦਾਖਲੇ ਦਾ ਕਰਤਾ, ਇਹ ਤਾਂ ਸਾਡੇ ਕੋਲ ਹੈ, ਅਸੀਂ ਕਰਾਂਗੇ, ਤੁਸੀਂ ਦੱਸੋ ਕਿਵੇਂ ਕਰੀ ਜਾਂਦੇ ਹੋ? ਚਲੋ ਤੁਸੀਂ ਇਮਤਿਹਾਨ ਲੈ ਲਿਆ, ਉਦੋਂ ਅੱਗੇ ਹੁੰਦਾ ਵੀ ਇਮਤਿਹਾਨ ਤੁਸੀਂ ਲੈ ਲਿਆ, ਦਾਖਲੇ ਅਸੀਂ ਕਰਾਂਗੇ, ਮੈਰਿਟ ਤੁਹਾਡੇ ਕੋਲੋਂ ਬਣ ਗਈ। ਇੱਕ ਤਾਂ ਤੁਸੀਂ ਮੈਰਿਟ ਜਿਹੜਾ ਲੱਲਰ ਲਾਇਆ ਹੈ, ਸਾਡੇ ਵੇਲੇ ਆਮ ਬੱਚਾ 50% ਤੋਂ ਘੱਟ ਵਾਲਾ ਦਾਖਲਾ ਨਹੀਂ ਲੈ ਸਕਦਾ ਸੀ, ਸ਼ਡਿਊਲਡ ਕਾਸਟ ਬੈਕਵਰਡ ਕਲਾਸ 40% ਤੋਂ ਘੱਟ ਵਾਲਾ ਨਹੀਂ ਲੈ ਸਕਦਾ ਸੀ, MD MS ਤਾਂ ਉਹ ਵੀ 50% ਹੀ ਸੀ, ਅਤੇ ਹੁਣ ਤੁਹਾਡੇ ਵੇਲੇ ਤਾਂ 8% ਵਾਲਾ ਲੈ ਰਿਹਾ ਸ਼ਡਿਊਲਡ ਕਾਸਟ, ਅਤੇ 12% ਵਾਲਾ ਜਨਰਲ ਦਾ ਦਾਖਲਾ ਲੈ ਰਿਹਾ। ਇਹਦਾ ਮੈਂ ਤੁਹਾਨੂੰ ਤਾਂ ਟੈਸਟ ਕਰਨਾ ਹੀ ਨਹੀਂ ਆਉਂਦਾ, ਤੁਹਾਡੇ ਤਾਂ ਪੈਰਾਮੀਟਰ ਫਾਰਮੂਲੇ ਗਲਤ ਹੈ। ਸੋ ਇਹਨਾਂ ਗੱਲਾਂ 'ਤੇ ਲੜਾਈ ਕਰਨੀ, ਇਹ ਮੈਂ ਕਦਾ ਉਹੀ ਨਹੀਂ ਕਹਿ ਰਿਹਾ ਵੀ ਅੱਜ ਕਹਿ ਰਿਹਾ। 1999 'ਚ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਆਈ ਮਹਿਕਮਿਆਂ ਨੂੰ ਵੀ ਤੁਸੀਂ ਦੱਸੋ ਤੁਹਾਡੇ ਮਹਿਕਮੇ ਦੀ ਕਿਹੜੀ ਗੱਲ ਆ ਜਿਹੜੇ ਸਾਡੇ MP ਉੱਥੇ ਕਰਨ। ਮੈਂ ਤਾਂ ਕਹਿੰਦਾ ਸਿਆਣੇ ਵੀ ਸੀਗੇ, ਮੈਂ ਲਿਖ ਕੇ ਭੇਜਿਆ ਵੀ ਆ ਜਿਹੜੇ ਦਾਖਲੇ ਉਹ ਕਰਦੇ ਨੇ ਇਹ 'ਚ ਕਹੋ ਵੀ ਇਹ ਸਾਰੀਆਂ ਸ਼ਰਤਾਂ ਜੇ ਤਾਂ ਭਾਰਤ ਸਰਕਾਰ ਨੇ ਲਾਉਣੀਆਂ ਨੇ ਵੀ ਕਾਲਜ 'ਚ ਆਹ ਚਾਹੀਦਾ ਉਹ ਚਾਹੀਦਾ, ਫਿਰ ਭਾਰਤ ਸਰਕਾਰ ਪੈਸੇ ਦਿਆ ਕਰੇ, ਨਹੀਂ ਤਾਂ ਉਹ ਸ਼ਰਤਾਂ ਨਾ ਲਾਉਣ, ਫਿਰ ਅਸੀਂ ਆਪਦਾ ਜਿਹੋ ਜਿਹਾ ਸੱਤ ਹੋਊਗਾ, ਜੇ ਜੀ ਗਰੀਬੀ ਅਮੀਰੀ ਜੋ ਸੱਤ ਹੋਊ ਅਸੀਂ ਕਰ ਦਾਂਗੇ। ਜੇ ਸ਼ਰਤਾਂ ਉਹਨਾਂ ਨੇ ਲਾਉਣੀਆਂ ਨੇ, ਤੁਸੀਂ ਸ਼ਰਤ ਲਾ ਦੀ ਇੱਥੇ 50 ਕਰੋੜ ਦੀ ਮਸ਼ੀਨਰੀ ਚਾਹੀਦੀ ਹੈ, ਪੈਸੇ ਤੁਸੀਂ ਦੇਣੇ ਨਹੀਂ, ਇਹ ਤਾਂ ਬੜੀ ਸੌਖਾ, ਕਿਸੇ ਨੂੰ ਚੜ੍ਹ ਜਾ ਬੱਚਾ ਸੂੜੀ ਰਾਮ ਭਲੀ ਕਰੇਂਗੇ। ਸੋ ਇਸ ਕਰਕੇ ਇਹਨਾਂ ਕੋਲ ਤਾਜ਼ੇ ਮੁੱਦੇ ਸੀ, ਇਹ ਤਾਜ਼ਾ ਮੁੱਦਾ, ਕਿਉਂਕਿ ਜੇ ਤਾਂ ਸੋਚ ਹੋਵੇ ਤਾਂ ਹੈ। ਸੋਚ ਇਹ ਹੈ ਵੀ ਜਦ ਤੁਸੀਂ ਦੇਖਣਾ ਵੀ ਇਹ ਬੰਦਾ ਕਿਤੇ ਮੂੰਹ ਪਾ ਕੇ ਅੰਦਰ ਸਾਰੀ ਮੈਨੂੰ ਝੋਂਪੜੀ 'ਚੋਂ ਕੱਢ ਤਾਂ ਨਹੀਂ ਦੇਗਾ, ਜਿਹਨੂੰ ਆਪਾਂ ਕਹਿੰਦੇ ਉਂਗਲ ਫੜ ਕੇ ਪੌਂਚਾ ਫੜਨਾ। ਇਹ ਕੇਂਦਰ ਸਰਕਾਰ ਉਂਗਲ ਫੜ ਕੇ ਪੌਂਚਾ ਫੜ ਰਹੀ ਹੈ। ਪਹਿਲਾਂ ਟੈਸਟ ਆਪਦੇ ਕੋਲ ਕਰਿਆ, ਫਿਰ ਉਹਦੀ ਦਾਖਲੇ ਆਪਦੇ ਕੋਲ ਕਰੇ, ਹੁਣ ਫੀਸ ਵੀ ਆਪਦੇ ਕੋਲ ਕਰ ਲਈ। ਇਸੇ ਤਰ੍ਹਾਂ ਹੀ ਪਹਿਲਾਂ BSF ਲਾਈ ਹੈ, ਫਿਰ BSF ਦੇ ਨਾਲ ਸਾਡੇ ਨੌਜਵਾਨਾਂ ਨੂੰ ਤੰਗ ਕਰਨਗੇ, ਫਿਰ ਇੱਥੇ ਕਹਿਣਗੇ ਵੀ ਇਹ ਤਾਂ ਇਹਨਾਂ ਤੋਂ ਰਾਜ ਹੀ ਨਹੀਂ ਚੱਲਦਾ ਸੀ, ਤਾਂ ਗਵਰਨਰ ਰੂਲ ਲਾਉਣਾ। ਸੋ ਇਸ ਕਰਕੇ ਇਹ ਬੜੀਆਂ ਵੱਡੀਆਂ ਚਾਲਾਂ ਨੇ ਜਿਨ੍ਹਾਂ ਦੇ ਉੱਤੇ ਜਿਹੜੀ ਸਰਬ ਪਾਰਟੀ ਮੀਟਿੰਗ ਹੋਈ ਹੈ, ਜਿਹੜਾ ਅਜਲਾਸ ਹੋਣਾ ਹੈ, ਇਸ ਅਜਲਾਸ 'ਚ ਮੈਨੂੰ ਲੱਗਦਾ ਹੈ ਇਹਨਾਂ ਨੂੰ ਐਜੂਕੇਸ਼ਨ ਦੇ ਉੱਤੇ, ਪੰਜਾਬੀ ਭਾਸ਼ਾ ਦੇ ਉੱਤੇ ਅਤੇ ਨੈਸ਼ਨਲ ਡਿਜ਼ਾਸਟਰ ਰਿਲੀਫ ਫੰਡ ਦੇ ਵਿੱਚੋਂ ਪੈਸੇ ਲੈਣ ਵਾਸਤੇ ਇਹ ਮੁੱਦੇ ਵੀ ਉੱਥੇ ਪਾਸ ਕਰਨੇ ਚਾਹੀਦੇ ਨੇ ਸਰਬਸੰਮਤੀ ਨਾਲ, ਕਿ ਇਹਦੇ ਉੱਤੇ ਕੇਂਦਰ ਸਾਨੂੰ ਪੈਸਾ ਦੇਵੇ, ਕਿਉਂਕਿ ਜਿਹੜਾ ਅਨਾਜ ਹੈ ਪੂਰੇ ਮੁਲਕ ਨੂੰ ਜਾਂਦਾ, ਇਹ ਸਾਡੇ ਕੱਢਿਆਂ ਵਾਸਤੇ ਨਹੀਂ, ਇਹ ਕਪਾਹ ਪੂਰੇ ਮੁਲਕ ਜਾਂਦੀ ਹੈ। ਇਹਦਾ ਜਿਹੜਾ ਟੈਕਸ ਹੁੰਦਾ ਹੈ ਸਾਰੇ ਦੇਸ਼ ਨੂੰ ਮਿਲਦਾ ਹੈ, GST ਕਿਉਂਕਿ ਕੇਂਦਰ ਦਾ ਵੀ ਹੈ ਸਾਡਾ ਵੀ ਹੈ। ਸੋ ਇਸ ਕਰਕੇ ਕਿਉਂਕਿ ਕੇਂਦਰ ਨੂੰ ਵੀ ਆਮਦਨ ਹੁੰਦੀ ਹੈ, ਕਿਉਂਕਿ ਉਹ ਪੈਸਾ ਹੀ
ਆਫਤਾਂ ਵਾਸਤੇ ਹੈ, ਇਹ ਕੁਦਰਤੀ ਆਫਤ ਸਾਨੂੰ ਪੈ ਗਈ ਹੈ, ਸਾਨੂੰ ਕੇਂਦਰ ਵੀ ਪੈਸਾ ਦੇਵੇ। ਅਖੀਰਲਾ ਸਵਾਲ ਹੈ ਡਾਕਟਰ ਸਾਹਿਬ ਮੇਰਾ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਸੀਂ ਸਪੈਸ਼ਲ ਇਜਲਾਸ ਸੱਦ ਕੇ, ਇਹ ਗੱਲ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ, ਇਹਨਾਂ ਨੇ ਕਿਹਾ ਕਿ ਅਸੀਂ ਖੇਤੀਬਾੜੀ ਕਾਨੂੰਨ ਮੁੜ ਤੋਂ ਰੱਦ ਕਰ ਦੇਣੇ, ਕੀ ਫਿਰ ਜੋ ਸੈਂਟਰਲ ਸਰਕਾਰ ਲੈ ਕੇ ਆਈ ਹੈ, ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਹੈ ਕਿ ਬਾਕੀ ਫਿਰ ਪੰਜਾਬ ਦੇ ਵਿੱਚ ਉਹਨਾਂ ਦਾ ਅਸਰ ਖਤਮ ਹੋ ਜਾਊਗਾ ਜੇ ਵਿਧਾਨ ਸਭਾ ਸੈਸ਼ਨ ਬੁਲਾ ਕੇ ਸਪੈਸ਼ਲ ਇਜਲਾਸ ਬੁਲਾ ਕੇ ਰੱਦ ਕਰ ਦੇਣਗੇ ਤਾਂ ਪੰਜਾਬ ਦੇ ਵਿੱਚ ਅਸਰ ਖਤਮ ਹੋ ਜਾਊ ਖੇਤੀਬਾੜੀ ਕਾਨੂੰਨਾਂ ਦਾ? ਦੇਖੋ, ਸ਼ਹਿਰੀਆਂ ਨੂੰ ਤਾਂ ਸ਼ਾਇਦ ਇੰਨਾ ਪਤਾ ਨਾ ਹੋਵੇ, ਸ਼ਹਿਰੀਆਂ ਨੂੰ ਤਾਂ ਮਕਾਨ ਕਿਰਾਏ ਦੇ ਮਕਾਨਾਂ 'ਚ ਪਤਾ ਇਸ ਗੱਲ ਦਾ, ਪਿੰਡੂਆਂ ਨੂੰ ਰੋਜ਼ ਹੀ ਪਤਾ ਹੈ ਵੀ ਜੇ ਕੋਈ ਡਿਗਰੀ ਹੋ ਜੇ ਅਦਾਲਤ ਵੱਲੋਂ ਤੇ ਉਹ ਅਦਾਲਤ ਥੋੜ੍ਹਾ ਆ ਕੇ ਲਾਗੂ ਕਰਦੀ ਹੈ, ਲਾਗੂ ਤਾਂ ਪੁਲਿਸ ਕਰਦੀ ਹੈ ਨਾ। ਜੇ ਪੁਲਿਸ ਨਾ ਲਾਗੂ ਕਰੇ ਉਹ ਡਿਗਰੀ ਲਾਗੂ ਨਹੀਂ ਹੁੰਦੀ। ਇਸੇ ਤਰ੍ਹਾਂ ਉਹਨੇ ਕਾਨੂੰਨ ਬਣਾਤੇ। ਪਹਿਲੀ ਗੱਲ ਅਸੀਂ ਇਹ ਕਹਿ ਕੇ ਰੱਦ ਕਰੀਏ ਕਿ ਕਾਨੂੰਨ ਸੰਵਿਧਾਨ ਦੀਆਂ ਧਾਰਾਂ ਕੋਟ ਕਰਕੇ ਵੀ ਇਹਨਾਂ ਨੇ ਸੰਵਿਧਾਨ ਦੇ ਉਲਟ ਬਣਾਏ ਨੇ, ਇਹਨਾਂ ਕੋਲ ਪਾਵਰ ਨਹੀਂ ਸੀ। ਇਹ ਹਿੰਮਤ ਹੈ? ਜੇ ਇਹ ਲਿਖ ਕੇ ਕਰਨਗੇ ਕਿ ਸੰਵਿਧਾਨ ਇਹਨਾਂ ਨੂੰ ਪਾਵਰ ਨਹੀਂ ਦਿੰਦਾ, ਇਹ ਪਾਵਰ ਸਾਡੇ ਕੋਲ ਹੈ, ਆ ਗੱਲਾਂ ਨੇ ਜਿਹਦੇ ਕਰਕੇ ਇਹਨਾਂ ਕੋਲ ਪਾਵਰ ਨਹੀਂ ਹੈ। ਇਸ ਕਰਕੇ ਕਾਨੂੰਨ ਨੇ ਜਿਹੜੇ ਸੰਵਿਧਾਨ ਦੇ ਉਲਟ ਨੇ, ਅਸੀਂ ਇੱਕ ਆਵਾਜ਼ ਨਾਲ ਇਸ ਨੂੰ ਰੱਦ ਕਰਦੇ ਇਹਨਾਂ ਕਾਨੂੰਨਾਂ ਨੂੰ। ਫਿਰ ਰੱਦ ਕਰਤੇ, ਫਿਰ ਅੱਗੇ ਹੁਣ ਇਹਨਾਂ ਦੀ ਸਮੱਸਿਆ ਕਿੱਥੇ ਆਣੀ ਹੈ? ਕਿਉਂਕਿ ਇਹ ਆਪਦਾ ਤਰੀਕਾ ਤਾਂ ਲੱਭਦੇ ਨਹੀਂ। ਝੋਨਾ ਜਾਂ ਜਿਹੜੀ ਕਣਕ ਖਰੀਦੀ ਜਾਣੀ ਹੈ ਉਹਦਾ ਪੈਸਾ ਤਾਂ ਕੇਂਦਰ ਤੋਂ ਹੀ ਲੈਣਾ ਹੈ, ਫਿਰ ਕੀ ਕਰਨਗੇ? ਕਿਉਂਕਿ ਇਹਨਾਂ ਨੇ ਆਪਦਾ ਕੋਈ ਵਿਕਲਪ ਤਾਂ ਬਣਾਇਆ ਨਹੀਂ। ਸੋ ਇਸ ਕਰਕੇ ਰੱਦ ਕਰਨਾ ਠੀਕ ਹੈ, ਰੱਦ ਕਰਨਾ ਇੱਕ ਮੁੱਦਾ ਬਣ ਜਾਏਗਾ। ਜੇ ਫਰਜ਼ ਕਰੋ ਇਹ ਤਾਂ ਇੱਥੇ ਦੀ ਸਟੇਟ ਦਾ ਰੱਦ ਕਰਨ ਤਿਆਰ ਹੈ, ਜੇ ਛੱਤੀਸਗੜ੍ਹ ਵੀ ਰੱਦ ਕਰ ਦਿੰਦਾ ਹੈ, ਕਾਂਗਰਸੀ ਸਰਕਾਰਾਂ ਹੀ ਕਰ ਦਿੰਦੀਆਂ, ਚਾਹੇ ਦਿੱਲੀ ਵਾਲੇ ਆਪ ਵਾਲੀ ਸਰਕਾਰ ਵੀ ਰੱਦ ਕਰ ਦਿੰਦੀ ਹੈ, ਉਹਨਾਂ ਨੇ ਵਿੱਚ ਵਿਚਾਲਾ ਜਿਹਾ ਕਰਿਆ ਵੀ ਹੈ, ਅਤੇ ਮਮਤਾ ਬੈਨਰਜੀ ਦੀ ਸਰਕਾਰ ਕਰ ਦਿੰਦੀ ਹੈ, ਉੱਧਰੋਂ ਤਾਮਿਲਨਾਡੂ ਦੀ ਕਰ ਦਿੰਦੀ ਹੈ, ਕੇਰਲਾ ਦੀ ਸਰਕਾਰ ਰੱਦ ਕਰ ਦਿੰਦੀ ਹੈ। ਜੇ ਉਹਨਾਂ ਨੇ ਕਰੇ ਨਹੀਂ ਹੈਗੇ, ਜੇ ਕਿਤੇ ਉਹ ਸਰਕਾਰਾਂ ਇਹਨਾਂ ਨੂੰ ਰੱਦ ਕਰਦੇ ਨੇ ਤਾਂ ਪੰਗਾ ਪੈ ਜਾਊਗਾ ਵੱਡਾ, ਕਿਉਂਕਿ ਫਿਰ ਸੁਪਰੀਮ ਕੋਰਟ ਨੂੰ ਫੈਸਲਾ ਕਰਨਾ ਪਊ, ਦੱਸੋ ਕੀ ਕਰੀਏ। ਇਹ ਵੀ ਤਾਂ ਸੰਵਿਧਾਨਕ ਤੌਰ 'ਤੇ ਬਣੀਆਂ ਨੇ ਅਸੈਂਬਲੀਆਂ, ਸੰਵਿਧਾਨ ਦਾ ਹਵਾਲਾ ਦੇ ਕੇ ਕਰਨ ਵੀ ਇਹ ਗੈਰ ਸੰਵਿਧਾਨ ਕਰਿਆ, ਅਸੀਂ ਨਹੀਂ ਮੰਨਦੇ। ਅਸੀਂ ਕਈ ਵਾਰੀ ਨਹੀਂ ਕਹਿੰਦੇ ਵੀ ਸਰਕਾਰ ਨੇ ਆ ਚਿੱਠੀ ਕੱਢਤੀ। ਮੈਂ ਤੁਹਾਨੂੰ ਇੱਕ ਉਹਦੇ ਉਦਾਹਰਨ ਦੇ ਦਿੰਦਾ। ਇੱਕ ਵਾਰੀ ਸਰਕਾਰ ਦੇ ਇੱਕ ਬਾਬੂ ਨੇ ਚਿੱਠੀ ਕੱਢਤੀ ਵੀ ਪਿਆਰੇ ਲਾਲ ਗਰਗ ਨੂੰ ਨਾ ਮੈਡੀਕਲ ਕਾਲਜ ਨਹੀਂ ਜਾਣ ਦੇਣਾ। ਮੈਂ ਗਿਆ, ਮੈਨੂੰ ਇੱਕ ਅਫਸਰ ਪੁੱਛਣ ਲੱਗਿਆ ਵੀ ਤੁਸੀਂ ਐਂ ਕਿਵੇਂ? ਮੈਂ ਕਿਹਾ ਮੇਰੀ ਐਂਟਰੀ ਉਹ ਵੈਨ ਹੀ ਨਹੀਂ ਕਰ ਸਕਦਾ, ਉਹਨੂੰ ਕਿੱਥੋਂ ਅਧਿਕਾਰ ਮਿਲ ਗਿਆ? ਐਵੇਂ ਝੂਠਾ ਬੰਦਾ ਉਹ। ਅਤੇ ਕਹਿੰਦੇ, ਮੈਂ ਕਿਹਾ ਮੈਨੂੰ ਸੰਵਿਧਾਨ ਅਧਿਕਾਰ ਦਿੰਦਾ ਵੀ ਮੈਂ ਜਿੱਥੇ ਮਰਜ਼ੀ ਤੁਰਾਂ ਫਿਰਾਂ, ਇਹ ਪਬਲਿਕ ਇੰਸਟੀਟਿਊਸ਼ਨ ਹੈ। ਕਹਿੰਦੇ ਫਿਰ ਕੌਣ ਕਰ ਸਕਦਾ? ਮੈਂ ਕਿਹਾ SDM ਕਰ ਸਕਦਾ, DC ਕਰ ਸਕਦਾ, ਜਾਂ ਹੋਮ ਮਿਨਿਸਟਰ ਕਰ ਸਕਦਾ। ਇਹ ਕਰ ਹੀ ਨਹੀਂ ਸਕਦੇ, ਹੋਮ ਸੈਕਟਰੀ। ਇਹਨਾਂ ਕੋਲ ਪਾਵਰ ਹੀ ਨਹੀਂ ਹੈ। ਇਹਨਾਂ ਨੇ ਜਾਂ ਫਿਰ ਜੁਡੀਸ਼ੀਅਲ ਅਦਾਲਤ ਕਰ ਸਕਦੀ ਹੈ ਵੀ ਇਹਨੂੰ ਉਰੇ ਨਹੀਂ ਆਉਣ ਦਿੰਦਾ, ਇਹ ਗੜਬੜ ਕਰਦਾ। ਫਿਰ ਮੈਨੂੰ ਕਹਿੰਦੇ ਜੇ ਕੋਈ ਪ੍ਰਿੰਸੀਪਲ ਦੇ ਜਾ ਕੇ ਇੱਟ ਮਾਰੇ। ਮੈਂ ਕਿਹਾ ਚੱਲ ਮੈਂ ਤਾਂ ਸਰਕਾਰੀ ਅਧਿਕਾਰੀ ਹਾਂ, ਜੇ ਕੋਈ ਸਧਾਰਨ ਬੰਦਾ ਜਿਹਦੇ ਬਾਰੇ ਉਹਨਾਂ ਨੂੰ ਪਤਾ ਹੀ ਨਾ ਹੋਵੇ ਉਹ ਜਾ ਕੇ ਇੱਟ ਮਾਰੇ, ਫਿਰ ਕੀ ਕਰਦੇ ਨੇ? ਕਹਿੰਦੇ ਪੁਲਿਸ 'ਚ। ਮੈਂ ਬਸ ਪੁਲਿਸ 'ਚ ਕੇਸ ਦੇਣਾ ਹੁੰਦਾ। ਜਿਹੜਾ ਕੋਈ ਜਾ ਕੇ ਗੈਰ ਕਾਨੂੰਨੀ ਕਰੇ ਉਹਨੂੰ ਪੁਲਿਸ 'ਚ ਕੇਸ ਦੇਣ। ਉਹ ਸਰਕਾਰੀ ਅਧਿਕਾਰੀ ਹੈ ਨਹੀਂ ਹੈ, ਉਹਨਾਂ ਨੂੰ ਜਾਣਦਾ ਨਹੀਂ ਜਾਣਦਾ, ਜਿਹੜਾ ਵੀ ਗੈਰ ਕਾਨੂੰਨੀ ਕਾਰਵਾਈ ਕਰਦਾ ਉਹ 'ਤੇ ਪੁਲਿਸ ਕਾਰਵਾਈ ਕਰਦਾ। ਸਾਡਾ ਬਣੀਆਂ ਹੋਈਆਂ ਨੇ, ਆਹ ਕਿਤਾਬ ਪਈ ਆ CRPC ਉਹ ਉੱਤੇ, ਅਤੇ ਉਹਦੇ ਵਿੱਚ CRPC 'ਚ ਲਿਖਿਆ, IPC 'ਚ ਲਿਖਿਆ ਵੀ ਕਿਵੇਂ ਕਿਸੇ ਨੂੰ ਫੜਨਾ ਹੈ, ਕਿਵੇਂ ਕਿਸੇ ਨੂੰ ਸਜ਼ਾ ਦੇਣੀ ਹੈ, ਕਿਵੇਂ ਅਦਾਲਤ 'ਚ ਕੇਸ ਚਲਾਉਣਾ ਹੈ, ਚਲਾਨ ਪੇਸ਼ ਕਰਨਾ ਹੈ। ਸੋ ਇਸ ਕਰਕੇ ਇਹ ਜਿਹੜੀਆਂ ਅਦਾਲਤਾਂ ਜੇ ਕਰ ਦੇਣਗੀਆਂ, ਜਿਹੜਾ ਤੁਹਾਡਾ ਸਵਾਲ ਉਸ 'ਤੇ ਆਈਏ, ਜੇ ਅਸੈਂਬਲੀਆਂ 6, 7, 8 ਪਾਸ ਕਰ ਦਿੰਦੀਆਂ ਨੇ ਤਾਂ ਇੱਕ ਵੱਡਾ ਸਵਾਲ ਖੜਾ ਹੋ ਜਾਏਗਾ ਅਦਾਲਤਾਂ ਦੇ ਸਾਹਮਣੇ ਵੀ, ਦੇਸ਼ ਦੀ ਪਾਰਲੀਮੈਂਟ ਦੇ ਸਾਹਮਣੇ ਵੀ। ਕੀ ਚਰਚਾ ਹੋਈ ਉਹ ਉੱਥੇ ਸਾਹਮਣੇ ਵੀ ਨਹੀਂ ਕਰ ਸਕਦੇ, ਠੀਕ ਹੈ। ਪਰ ਪੋਲੀਟੀਕਲ ਪਾਰਟੀਆਂ, ਸਰਕਾਰਾਂ ਇਹ ਤਾਂ ਕਹਿ ਸਕਦੇ ਵੀ ਰਾਜ ਸਭਾ 'ਚ ਤੁਹਾਨੂੰ ਵੋਟਾਂ ਵੰਡਣ ਵਾਸਤੇ ਕਿਹਾ ਸੀ, ਤੁਸੀਂ ਤਾਂ ਵੋਟਾਂ ਹੀ ਨਹੀਂ ਵੰਡੀਆਂ। ਤੁਸੀਂ ਬਹਾਨਾ ਲਾਤਾ ਜੀ ਇੱਥੇ ਤਾਂ ਕਿਸੇ ਨੇ ਸੀਟ 'ਤੇ ਬੈਠ ਕੇ ਨਹੀਂ ਕਿਹਾ, ਉਹਨਾਂ ਨੇ ਵੀਡੀਓ ਦਿਖਾਤਾ ਵੀ ਸੀਟ 'ਤੇ ਬੈਠੇ ਕਹਿ ਰਹੇ ਨੇ ਬੰਦੇ। ਤੁਸੀਂ ਕਿਉਂ ਨਹੀਂ ਵੋਟਾਂ ਵੰਡੀਆਂ? ਤੁਸੀਂ ਮੇਰਾ ਕਰ ਦਿਓ ਪਾਸ ਕਰਤਾ, ਤੁਹਾਡੀ ਮੈਜੋਰਟੀ ਹੈ ਨਹੀਂ ਸੀ, ਤੁਸੀਂ ਮਿਨੋਰਟੀ 'ਚ ਪਾਸ ਕਿਵੇਂ ਕਰਕੇ ਰੌਲਾ ਪਾ ਕੇ ਬਿਨਾਂ ਵੋਟਾਂ ਵੰਡੇ? ਸੋ ਇਸ ਕਰਕੇ ਮਰਿਆਦਾ ਤੋੜੀ ਹੈ ਤੁਸੀਂ। ਇੱਦਾਂ ਹੀ ਜੇ ਯੂਨੀਵਰਸਿਟੀ ਦਾ ਰਿਜ਼ਲਟ ਇੱਕ ਦਿਨ ਪਹਿਲਾਂ ਪਤਾ ਲੱਗ ਜਾਂਦਾ ਹੈ, ਉਹ ਕੋਈ ਰਿਜ਼ਲਟ ਨਹੀਂ ਬਦਲ ਜਾਣਾ, ਪਰ ਪਵਿੱਤਰਤਾ ਭੰਗ ਹੋ ਗਈ। ਜੇ ਯੂਨੀਵਰਸਿਟੀ ਦੀ ਕੋਈ ਖਾਸ ਡੇਟ ਹੈ, ਇੱਕ ਦਿਨ ਪਹਿਲਾਂ ਪਤਾ ਲੱਗ ਗਈ ਲੋਕਾਂ ਨੂੰ, ਅਕੈਡਮੀਆਂ 'ਚ ਅਨਾਊਂਸ ਹੋ ਗਿਆ ਵੀ ਫਲਾਣੇ ਦਿਨ ਟੈਸਟ ਲੈ ਰਹੇ ਨੇ, ਅਜੇ ਉਹ ਗੱਲ ਬਾਹਰ ਨਹੀਂ ਆਈ, ਨਾ ਅਖਬਾਰ 'ਚ ਆਈ ਹੈ ਨਾ ਪ੍ਰੋਸਪੈਕਟ 'ਚ ਆਈ ਹੈ, ਉਹਦੇ ਨਾਲ ਡੇਟ ਨਹੀਂ ਬਦਲ ਜਾਣੀ, ਪਰ ਪਵਿੱਤਰਤਾ ਭੰਗ ਹੋ ਗਈ। ਹੁਣ ਮੈਂ ਤਾਂ ਉਰੇ ਰਹਿਣਾ ਨਹੀਂ, ਤੁਸੀਂ ਤਾਂ ਯੂਨੀਵਰਸਿਟੀ 'ਚ ਰਹਿਣਾ, ਇਹ ਤੁਸੀਂ ਫੈਸਲਾ ਕਰੋ ਵੀ ਇਹਦੀ ਪਵਿੱਤਰਤਾ ਭੰਗ ਕਰਕੇ ਤੁਸੀਂ ਸਾਰੀ ਉਮਰ ਨੌਕਰੀ ਕਰਨੀ ਹੈ ਜਾਂ ਪਵਿੱਤਰਤਾ ਰੱਖ ਕੇ। ਉਹੀ ਬੰਦੇ ਜਿਹਨਾਂ ਨੂੰ ਕਹਿੰਦੇ ਪੇਪਰ ਲੀਕ ਮਾਫੀਆ ਹੋਰ ਹੈ, ਤੁਹਾਡੇ ਖਿਆਲ 'ਚ ਅਸੀਂ ਕਿਸੇ ਬੰਦੇ ਨੂੰ ਸਜ਼ਾ ਦਿੱਤੀ? ਬਿਲਕੁਲ ਨਹੀਂ ਦਿੱਤੀ। ਇੱਕ ਡਿਪਟੀ ਰਜਿਸਟਰਾਰ ਸੀ ਜਿਹਨੂੰ ਸਜ਼ਾ ਦਿੱਤੀ, ਨਹੀਂ ਇੱਕ ਬੰਦੇ ਨੂੰ ਸਜ਼ਾ ਨਹੀਂ ਦਿੱਤੀ, ਔਰ ਪੇਪਰ ਵੀ ਨਹੀਂ ਲੀਕ ਹੋਣ ਦਿੱਤਾ, ਔਰ ਉਦੋਂ ਬੈਟਰ ਕੰਮ ਕਰਦੇ ਸੀ, ਉਹ 12-12 ਘੰਟੇ ਕੰਮ ਕਰਦੇ ਸੀ। ਸੋ ਇਸ ਕਰਕੇ ਜਦ ਤੁਸੀਂ ਲੋਕਾਂ ਨੂੰ ਮੋਟੀਵੇਟ ਕਰਦੇ ਹੋ ਵੀ ਇਹ ਵਿਧੀਵਤ ਕੰਮ ਹੈ ਭਾਈ, ਆਪਾਂ ਕੋਈ ਵਿਧੀ ਜ਼ਰੂਰ ਨਿਭਾਉਣੀ ਹੈ, ਜੇ ਤੁਸੀਂ ਵਿਧੀ ਤੋੜਤੀ
ਤਾਂ ਉਹ ਕੰਮ ਨੂੰ ਮੰਨਿਆ ਨਹੀਂ ਜਾਂਦਾ ਵੀ ਉਹ ਠੀਕ ਹੈ। ਇਸ ਕਰਕੇ ਇੱਦਾਂ ਹੀ ਜਿਹੜਾ ਬਿੱਡ ਬਿਨਾਂ ਵੋਟ ਦੀ ਵੰਡ ਦੇ, ਬਿਨਾਂ ਵੋਟਿੰਗ ਕਰਾ ਕੇ ਜਦ ਕੇ ਵੋਟ ਮੰਗ ਲਈ, ਮਰਿਆਦਾ ਤੋੜ ਕੇ ਪਾਸ ਹੋਏ ਨੇ ਜਿਹੜੇ ਕਾਨੂੰਨ, ਉਹ ਕਾਨੂੰਨ ਗੈਰ ਕਾਨੂੰਨੀ ਨੇ, ਉਹ ਗਲਤ ਨੇ, ਉਹ ਨਹੀਂ ਮੰਨੇ ਜਾ ਸਕਦੇ। ਇਹ ਲਿਖਣ ਵਿੱਚ ਹਿੰਮਤ ਕਰ। ਪੰਜਾਬ ਵਿਧਾਨ ਸਭਾ ਵਾਲਾ ਮੇਰਾ ਸਵਾਲ ਸੀ, ਥੋੜਾ ਮੈਂ ਮੰਨਦਾ ਅਧੂਰਾ ਰਹਿ ਗਿਆ। ਇਹ ਜ਼ਰੂਰ ਕਲੀਅਰ ਜਾ ਕਰ ਦਿਓ ਕਿ ਜਿਸ ਤਰ੍ਹਾਂ ਇਹਨਾਂ ਨੇ ਸੀਐਮ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਸਾਰੀਆਂ ਪਾਰਟੀਆਂ ਨੇ ਮੀਟਿੰਗ ਅਸੀਂ ਇਕੱਠਿਆਂ ਬਹਿ ਕੇ ਕੀਤੀ, ਸਰਵ ਪਾਰਟੀ ਮੀਟਿੰਗ ਹੋ ਗਈ, ਉਹਨਾਂ ਨੇ ਕਿਹਾ ਕਿ ਇਹ ਗੈਰ ਸੰਵਿਧਾਨਕ ਨੇ। ਤੁਸੀਂ ਜਿਸ ਤਰ੍ਹਾਂ ਬੜਾ ਵਧੀਆ ਤਰੀਕੇ ਨਾਲ ਬਰੀਫ ਕੀਤਾ ਕਿ ਕਿਸ ਤਰੀਕੇ ਨਾਲ ਪਾਸ ਕੀਤੇ ਕਾਨੂੰਨ, ਜੇ ਪੰਜਾਬ ਵਿਧਾਨ ਸਭਾ ਉਹਨਾਂ ਨੂੰ ਸਿਰੇ ਤੋਂ ਖਾਰਜ ਕਰ ਦਿੰਦੀ ਹੈ, ਰੱਦ ਕਰ ਦਿੰਦੀ ਹੈ, ਤਾਂ ਕੀ ਕੇਂਦਰ ਵੱਲੋਂ ਜੋ ਲਾਗੂ ਕੀਤੇ ਜਾਂ ਲੈ ਕੇ ਆਂਦੇ ਗਏ ਜੋ ਕਾਨੂੰਨ ਨੇ ਉਹ ਪੰਜਾਬ ਦੇ ਵਿੱਚ ਖਾਰਜ ਹੋ ਜਾਣਗੇ, ਰੱਦ ਹੋ ਜਾਣਗੇ? ਨਹੀਂ ਐ ਨਹੀਂ ਖਾਰਜ ਹੁੰਦੇ। ਗੱਲ ਸਮਝੋ, ਖਾਰਜ ਹੋਣ ਦੀ ਵੀ ਵਿਧੀ ਹੈ। ਫਿਰ ਖਾਰਜ ਹੋਣ ਦੀ ਵੀ ਵਿਧੀ ਹੈ। ਉਹ ਕਾਨੂੰਨੀ ਨਹੀਂ ਮੰਨੇ ਜਾਣਗੇ, ਪਰ ਖਾਰਜ ਤਾਂ ਨਹੀਂ ਹੋਣੇ। ਖਾਰਜ ਕਿਉਂ ਨਹੀਂ ਹੋਣੇ? ਖਾਰਜ ਦੋ ਤਰੀਕੇ ਨਾਲ ਹੋਣੇ ਸੀ। ਜੇ ਤਾਂ ਕੇਂਦਰ 'ਚ ਇਹਨਾਂ ਨੂੰ ਕੋਈ ਪੈਸੇ ਦੀ ਲੋੜ ਨਾ ਹੋਵੇ, ਫਿਰ ਕਹਿੰਦੇ ਜਾ ਭੱਜੋ, ਅਸੀਂ ਨਹੀਂ ਇੱਥੇ ਇੱਦਾਂ ਖਰੀਦ ਹੋਣ ਦਿੰਦੇ। ਠੀਕ ਹੈ, ਉਹ ਤਾਂ ਇਹਨਾਂ ਨੂੰ ਪੈਸੇ ਦੀ ਲੋੜ ਹੈ, ਕੇਂਦਰ ਨੇ ਪੈਸੇ ਨਹੀਂ ਦੇਣੇ। ਦੂਜਾ ਤਰੀਕਾ ਇਹ ਹੈ ਕਿ ਕੇਂਦਰ ਕਹੂਗਾ, ਕਿਉਂਕਿ ਸੰਵਿਧਾਨ ਇਹ ਵੀ ਤਾਂ ਕਹਿੰਦਾ ਵੀ ਜਿਹੜਾ ਕੇਂਦਰ ਨੇ ਕਾਨੂੰਨ ਬਣਾਤਾ, ਜੇ ਉਹ ਕਾਨੂੰਨ ਗਲਤ ਹੈ ਤਾਂ ਉਸ ਨੂੰ ਸੁਪਰੀਮ ਕੋਰਟ ਰੱਦ ਕਰੂਗੀ। ਸੁਪਰੀਮ ਕੋਰਟ ਸੰਵਿਧਾਨ ਪਿਆ ਹੈ, ਉਹਦੇ 'ਚ 245 ਧਾਰਾ 'ਚ ਲਿਖਿਆ ਹੈ ਸਬਜੈਕਟ ਟੂ ਦੀ ਪ੍ਰੋਵੀਜ਼ਨਸ ਆਫ ਦਿਸ ਕੌਨਸਟੀਟਿਊਸ਼ਨ, ਯਾਨੀ ਕਿ ਇਸ ਸੰਵਿਧਾਨ ਦੀਆਂ ਧਾਰਾਂ ਦੇ ਅਨੁਸਾਰ ਜਿਹੜਾ ਵੀ ਕਾਨੂੰਨ ਕੋਈ ਪਾਰਲੀਮੈਂਟ ਜਾਂ ਅਸੈਂਬਲੀ ਬਣਾਏਗੀ ਉਹ ਕਾਨੂੰਨ ਮੰਨਿਆ ਜਾਏਗਾ। ਸੋ ਜੇ ਧਾਰਾ ਦੇ ਮੁਤਾਬਕ ਨਹੀਂ ਬਣਾਇਆ, ਉਹ ਕਾਨੂੰਨ ਨਹੀਂ ਮੰਨਿਆ ਜਾਂਦਾ। ਪਰ ਇਹ ਗੱਲ ਦੱਸਣ ਵਾਸਤੇ ਅੱਗੋਂ 246, 47, 48, 49, 50 ਨੇ ਕਿ ਜੇ ਸੰਵਿਧਾਨ ਦੀ ਧਾਰਾ ਦੇ ਮੁਤਾਬਕ ਹੈ ਜਾਂ ਨਹੀਂ ਹੈ, ਇਹ ਦੱਸਣ ਵਾਸਤੇ ਸੁਪਰੀਮ ਕੋਰਟ ਨੇ ਫੈਸਲਾ ਕਰਨਾ ਹੈ ਜਿਹੜਾ ਵੀ ਕਾਨੂੰਨ ਉੱਥੇ ਬਣ ਗਿਆ। ਮਤਲਬ ਜਿਹੜਾ ਇਹਨਾਂ ਨੇ ਇਜਲਾਸ ਕਰਨਾ ਉਸ ਦਾ ਕੋਈ ਮਾਇਨੇ ਹੈਗੇ? ਮੈਂ ਦੱਸੀ ਤਾਂ ਜਾਣਾ ਵੀ ਜਦ ਇਹਨਾਂ ਨੇ ਇਜਲਾਸ ਕਰਕੇ ਕਹਿਤਾ ਤਾਂ ਇਹਦਾ ਮਤਲਬ ਇੱਕ ਚੁਣੀ ਹੋਈ ਸਭਾ, ਉਹ ਵੀ ਸੰਵਿਧਾਨਕ ਹੈ, ਚੁਣੀ ਹੋਈ ਸਭਾ ਵੀ, ਉਹਨੂੰ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਉਹਨੇ ਕਹਿਤਾ ਗੈਰ ਕਾਨੂੰਨੀ ਨੇ, ਤਾਂ ਸੁਪਰੀਮ ਕੋਰਟ ਨੂੰ ਇਹ ਦੇਖਣਾ ਪਏਗਾ ਵੀ ਇਹ ਜ਼ਿਆਦਾ ਦੇਖਣਾ ਪਏਗਾ ਜ਼ੋਰ ਲਾ ਕੇ ਵੀ ਯਾਰ ਸਾਰੇ ਚੁਣੀ ਹੋਈ ਇੱਕ ਇਜਲਾਸ ਨੇ, ਜੇ 7-8 ਕਰ ਦੇਣ ਤਾਂ ਹੋਰ ਸੋਚਣਾ ਪਏਗਾ। ਤੁਸੀਂ ਸੋਚੋ, ਇੱਕ ਛੋਟੀ ਜਿਹੀ ਲਾਈਨ ਇਸੇ ਚੀਜ਼ ਦੱਸਦਾ ਜਿਹੜਾ ਤੁਸੀਂ ਕਹਿੰਦਾ ਅਸਲ 'ਚ ਅਸੀਂ ਇਹਨੂੰ ਦੇਖਦੇ ਨਹੀਂ। ਜਸਟਿਸ ਬੋਬਡੇ ਸਾਹਿਬ ਜਿਹੜੇ ਆਪਾਂ ਨੂੰ ਪਤਾ ਹੀ, ਜਿਨ੍ਹਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਆਉਂਦੀਆਂ ਸੀ, ਉਹਨਾਂ ਨੇ ਆਖਿਆ ਵੀ ਮੈਂ ਕਿਸਾਨਾਂ ਦਾ ਅੰਦੋਲਨ ਚੁਕਾ ਕੇ ਜਾਂ ਇਹਦੇ 'ਤੇ ਲਾਠੀ ਚਾਰਜ ਜਾਂ ਕੁਛ ਕਰਵਾ ਕੇ ਅਸੀਂ ਆਪਦੇ ਖੂਨ ਨਾਲ ਹੱਥ ਨਹੀਂ ਰੰਗਣਾ ਚਾਹੁੰਦੇ। ਕਿਉਂ ਕਿਹਾ? ਥੋੜ੍ਹਾ ਕਾਨੂੰਨ ਤਾਂ ਉਹਨਾਂ ਨੂੰ ਦਿੰਦਾ ਸੀ ਇਜਾਜ਼ਤ। ਉਹਨਾਂ ਨੇ ਕਿਹਾ ਐਡਾ ਵੱਡਾ ਅੰਦੋਲਨ ਹੈ ਯਾਰ, ਇਹਦੇ 'ਤੇ ਲਾਠੀ ਚਾਰਜ ਥੋੜ੍ਹਾ ਕਰਾਉਣਾ। ਸੋ ਜਦ 7-8 ਵਿਧਾਨ ਸਭਾਵਾਂ ਪਾਸ ਕਰ ਦੇਣਗੀਆਂ ਤਾਂ ਸੁਪਰੀਮ ਕੋਰਟ ਸੋਚੇਗੀ ਵੀ ਇੰਨੀਆਂ ਵਿਧਾਨ ਸਭਾਵਾਂ ਨੇ ਕਰਤਾ, ਬਲਕਿ ਉਹਨੂੰ ਸਟਰੈਂਥ ਮਿਲ ਜੇਗੀ ਵੀ ਚਲੋ ਕਰੋ ਰੱਦ। ਇਹ ਤਾਕਤ ਦਾ ਸਵਾਲ ਹੈ। ਤਾਕਤ, ਐਜੀਟੇਸ਼ਨ ਇੱਕ ਤਾਕਤ ਹੈ, ਅਸੈਂਬਲੀਆਂ ਇੱਕ ਤਾਕਤ ਨੇ, ਇੱਕ ਸੰਵਿਧਾਨਕ ਉਹ ਅਦਾਰੇ ਨੇ। ਜੇ ਸੰਵਿਧਾਨਕ ਅਦਾਰੇ 25-26 ਦੇ ਵਿੱਚੋਂ 8 ਜਾਂ 10 ਕਹਿ ਦਿੰਦੇ ਵੀ ਗੈਰ ਕਾਨੂੰਨੀ ਨੇ, ਤੇ ਫਿਰ ਬਹੁਤ ਵੱਡੀ ਗੱਲ ਹੈ। ਔਰ ਉਹਨਾਂ 8-10 ਦੀ ਆਬਾਦੀ ਬੰਗਾਲ ਦੀ, ਤਾਮਿਲਨਾਡੂ ਦੀ, ਰਾਜਸਥਾਨ ਦੀ, ਛੱਤੀਸਗੜ੍ਹ ਦੀ, ਪੰਜਾਬ ਦੀ, ਇਹ ਕਿੰਨੀ ਜ਼ਿਆਦਾ ਹੈ। ਇਹ ਸਾਰੀਆਂ ਵੱਡੀਆਂ ਸਟੇਟਾਂ ਨੇ ਆਬਾਦੀ ਦੇ ਲਿਹਾਜ਼ ਨਾਲ ਵੀ। ਯੂਪੀ ਸਭ ਤੋਂ ਵੱਡੀ ਆਬਾਦੀ ਦੇ ਲਿਹਾਜ਼ ਨਾਲ ਅਦਰਵਾਈਜ਼। ਸੋ ਇਸ ਕਰਕੇ ਇਹਨਾਂ ਸਟੇਟਾਂ ਦੇ ਵਿੱਚ ਜਦ ਇਹ ਪਾਸ ਹੋਏਗਾ ਅਸੈਂਬਲੀਆਂ ਦੇ ਵਿੱਚ, ਕੇਰਲਾ, ਤਾਮਿਲਨਾਡੂ, ਰਾਜਸਥਾਨ, ਛੱਤੀਸਗੜ੍ਹ, ਪੰਜਾਬ ਅਤੇ ਆਪਣਾ ਇਹ ਵੈਸਟ ਬੰਗਾਲ, ਇਹਨਾਂ 'ਚ ਜੇ ਪਾਸ ਹੋ ਜਾਏਗਾ ਤਾਂ ਜ਼ਰੂਰਤ ਨਹੀਂ ਪਏਗੀ ਕੇਂਦਰ ਸਰਕਾਰ ਦੀ ਇਹਨਾਂ ਨੂੰ ਲਾਗੂ ਕਰਨ ਦੀ ਵੀ, ਅਤੇ ਸੁਪਰੀਮ ਕੋਰਟ ਨੂੰ ਇੱਕ ਹੈਂਡਲ ਮਿਲੇਗਾ ਛੇਤੀ ਰਿਜੈਕਟ ਕਰਨ ਦਾ ਵੀ ਕਾਨੂੰਨ ਗੈਰ ਕਾਨੂੰਨੀ ਨੇ। ਇਸ ਕਰਕੇ ਇਹ ਤਾਂ ਤਾਕਤ ਤਾਂ ਹੁੰਦਾ ਹੀ, ਫਰਕ ਤਾਂ ਹੁੰਦਾ ਹੀ। ਬਹੁਤ ਲੰਬਾ ਸਮਾਂ ਲੈ ਲਿਆ ਮੈਂ ਤੁਹਾਡੇ ਤੋਂ। ਜੇ ਮੰਨ ਲਓ ਪੰਜਾਬ ਸਰਕਾਰ ਪਹਿਲ ਕਰਦੀ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਬਾਕੀ ਸਟੇਟਸ ਦਾ ਵੀ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਕਿ ਉਹ ਵੀ ਪਿੱਛੇ ਇਸ ਤਰ੍ਹਾਂ ਦਾ ਸਟੈਪ ਚੁੱਕ ਸਕਦੇ ਆ? ਜ਼ਰੂਰ ਚੁੱਕ ਸਕਦੇ ਨੇ, ਕਿਉਂ ਨਹੀਂ ਚੁੱਕ ਸਕਦੇ। ਦਿੱਲੀ ਨੇ ਪਾਰਸ਼ਲੀ ਚੁੱਕਿਆ ਹੀ ਹੈ, ਛੱਤੀਸਗੜ੍ਹ ਨੇ ਚੁੱਕਿਆ ਹੀ ਹੈ, ਰਾਜਸਥਾਨ ਨੇ ਪਹਿਲਾਂ ਵੀ ਪਾਰਸ਼ਲੀ ਚੁੱਕਿਆ। ਜਿਵੇਂ ਇਹ ਵੱਡਾ ਚੁੱਕਣਗੇ ਉਹ ਵੀ ਵੱਡਾ ਚੁੱਕ ਲੈਣਗੇ। ਫਿਰ ਉਹ ਚੁੱਕ ਕੇ ਫਿਰ ਜਿਵੇਂ ਇੱਥੇ ਵਿਰੋਧੀ ਪਾਰਟੀਆਂ ਇਕੱਠੀਆਂ ਹੋਈਆਂ ਨੇ, ਹੋ ਸਕਦਾ ਦਿੱਲੀ 'ਚ ਇਕੱਠੀਆਂ ਹੋ ਕੇ, ਪਹਿਲਾਂ ਮਮਤਾ ਬੈਨਰਜੀ ਨੇ ਕੋਸ਼ਿਸ਼ ਕਰੀ ਸੀ, ਹੋ ਸਕਦਾ ਦਿੱਲੀ 'ਚ ਇਕੱਠੀਆਂ ਹੋ ਕੇ ਫੈਸਲਾ ਕਰ ਦੇਣ ਵੀ ਆਪਣੀ ਅਸੈਂਬਲੀ ਦੇ ਵਿਸ਼ੇਸ਼ ਅਜਲਾਸ ਬਣਾ ਕੇ ਪਾਸ ਕਰੋ ਅੱਜ ਹੀ। ਹੋ ਸਕਦਾ ਕੋਈ ਵੀ ਕੰਮ, ਦੋ ਤਰ੍ਹਾਂ ਦੇ ਫੈਸਲੇ ਹੁੰਦੇ ਨੇ ਬੰਦੇ। ਇੱਕ ਫੈਸਲੇ ਅਸੀਂ ਕਹਿੰਦੇ ਹਾਂ ਰਸਮੀ, ਇੱਕ ਕਹਿੰਦੇ ਹਾਂ ਗੈਰ ਰਸਮੀ। ਗੈਰ ਰਸਮੀ ਕੀ ਹੁੰਦਾ ਹੈ? ਸਾਰੀ ਦੁਨੀਆ 'ਚ ਕੰਮ ਉਦੋਂ ਠੀਕ ਚੱਲਦਾ ਜੇ ਗੈਰ ਰਸਮੀ ਫੈਸਲੇ ਨੂੰ ਰਸਮੀ ਕਰਨਾ ਸ਼ੁਰੂ ਕਰ ਦਿਓ। ਗੈਰ ਰਸਮੀ ਫੈਸਲੇ ਬਾਰੇ ਤੁਸੀਂ ਸੋਚ ਵਿਚਾਰ ਕੇ ਕਰਦੇ ਹੋ, ਠੰਡੇ ਨਾਲ ਕਰਦੇ ਹੋ। ਉਦੋਂ ਸੋਚ ਵਿਚਾਰ ਕੇ ਫੈਸਲਾ ਕਰ ਲਿਆ ਵੀ ਆਪਾਂ ਆਹ ਕਰਨਾ, ਫਿਰ ਮੁੜ ਕੇ ਕਦੋਂ ਹਾਂ ਕਰਤਾ, ਉਹਦਾ ਵਿਧੀਵਤ ਕਰੋ। ਵਿਧੀਵਤ ਕਰਨ ਵਾਸਤੇ ਪਹਿਲਾਂ ਦਿਮਾਗ ਲਾਓ ਵੀ ਆਪਾਂ ਐਂ ਕਰਾਂਗੇ, ਇੱਦਾਂ ਤਰੀਕਾ ਹੋਊ, ਆਹ ਹੋਊ, ਆਹ ਹੋਊ। ਇਹ ਗੈਰ ਰਸਮੀ ਹੈ।
ਜਦ ਗੈਰ ਰਸਮੀ ਕਰ ਲਿਆ, ਸਾਰੀ ਤੁਹਾਡੀ ਸਮਝ ਬਣ ਗਈ, ਫਿਰ ਸਭ ਨੂੰ ਇਕੱਠੇ ਕਰਕੇ ਕਹੋ ਹੁਣ ਵੀ ਆਪਾਂ ਆਹ ਐਂ ਕਰ ਰਹੇ ਹਾਂ, ਦੱਸੋ ਕਿਸੇ ਦਾ ਕੋਈ ਇਤਰਾਜ਼ ਤਾਂ ਨਹੀਂ? ਉਹ ਕਹਿੰਦੇ ਨਹੀਂ ਜੀ, ਫਿਰ ਠੀਕ ਹੈ ਹੁਣੀ ਕਰੋ, ਆਹ ਲਓ ਚਿੱਠੀ ਲਿਖਤੀ, ਫਿਰ ਹੁਕਮ ਕਰੀਦਾ ਹੈ। ਸੋ ਗੈਰ ਰਸਮੀ ਤਰੀਕੇ ਨਾਲ ਇਕੱਠੇ ਹੋ ਕੇ ਮੈਂ ਸਾਰੀ ਉਮਰ 'ਚ ਇਹੀ ਕਰਿਆ ਐਡਮਿਨਿਸਟ੍ਰੇਸ਼ਨ 'ਚ ਕਿ ਪਹਿਲਾਂ ਗੈਰ ਰਸਮੀ ਫੈਸਲਾ ਕਰੋ। ਜੇ ਗੈਰ ਰਸਮੀ ਤੌਰ 'ਤੇ ਤੁਹਾਨੂੰ ਲੱਗਦਾ ਗਲਤ ਤਾਂ ਫਿਰ ਕਾਹਦੇ ਵਾਸਤੇ ਅਸੀਂ ਮੀਟਿੰਗ ਬੁਲਾਉਣੀ ਆ, ਹੋਰ ਕਰਨਾ, ਉਹਦੀ ਲੋੜ ਹੀ ਨਹੀਂ ਰਹਿ ਜਾਂਦੀ। ਸੋ ਗੈਰ ਰਸਮੀ ਤੌਰ 'ਤੇ ਗੱਲ ਨੂੰ ਵਿਚਾਰ ਲਓ, ਪੂਰੀ ਤਰ੍ਹਾਂ ਵਿਚਾਰ ਕੇ ਫੈਸਲਾ ਲੈ ਲਓ। ਸੋ ਸਾਰੀਆਂ ਪਾਰਟੀਆਂ ਜੇ ਇਕੱਠੀਆਂ ਇੱਕ ਵਾਰੀ ਗੈਰ ਰਸਮੀ ਫੈਸਲਾ ਕਰ ਲੈਣ ਵੀ ਠੀਕ ਹੈ ਬਿਨਾਂ ਦਾ ਹੁਣ ਬਹੁਤ ਹੋ ਗਿਆ, ਹੁਣ ਅਸੀਂ ਇੰਨੇ ਕਿਸਾਨ, ਇੰਨੇ 800 700 ਕਿਸਾਨ ਸ਼ਹੀਦ ਹੋ ਗਿਆ ਅਤੇ ਦੇਸ਼ ਨੂੰ ਇਹ ਵੰਡਣ ਦੀ ਚਾਲ ਹੈ, ਹੁਣ ਇਹਨਾਂ ਦਾ ਇਹ ਫਾਤੀਆ ਪੜ੍ਹਨਾ ਹੀ ਪਏਗਾ, ਅਤੇ ਫਿਰ ਆਪਦੀਆਂ ਅਸੈਂਬਲੀਆਂ ਨੂੰ ਕਹਿ ਦੇਣ ਵੀ ਕਰੋ ਪਾਸ, ਫਿਰ ਉਹ ਬੁਲਾ ਕੇ ਕਰ ਦੇਣਗੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਸੋ ਡਾਕਟਰ ਪਿਆਰੇ ਲਾਲ ਗਰਗ ਹੋਣਾ ਦੇ ਨਾਲ ਲੰਬੀ ਵਿਚਾਰ ਚਰਚਾ ਹੋਈ ਹੈ, ਵੱਖ-ਵੱਖ ਮਸਲਿਆਂ ਨੂੰ ਲੈ ਕੇ, ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਈ ਹੈ, ਕਿਉਂਕਿ ਇੱਕ ਤਾਂ ਬੀਜੇਪੀ ਨੇ ਕੈਂਪੇਨ ਲਾਂਚ ਕਰ ਦਿੱਤੀ ਹੈ ਪੰਜਾਬ ਦੇ ਵਿੱਚ। ਉਹ ਕਹਿੰਦੇ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ ਕਿੰਨੀ ਕੁ ਕਾਮਯਾਬ ਹੋਏਗੀ, ਉਹ ਡਾਕਟਰ ਪਿਆਰੇ ਲਾਲ ਗਰਗ ਹੋਣਾ ਨੇ ਦੱਸ ਹੀ ਦਿੱਤਾ ਕਿ ਕਿਸ ਤਰ੍ਹਾਂ ਦੀ ਸਟ੍ਰੈਟੇਜੀ ਹੋਏਗੀ ਬੀਜੇਪੀ ਦੀ, ਪਰ ਬੀਜੇਪੀ ਕਾਮਯਾਬ ਨਹੀਂ ਹੋ ਪਾਏਗੀ ਕਿਉਂਕਿ ਬੀਜੇਪੀ ਦੇ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਘਰ ਕਰ ਗਈ ਹੈ। ਇਸ ਨੂੰ ਦੂਰ ਕਰਨਾ ਬਹੁਤ ਔਖਾ ਹੈ ਔਰ ਇਸ ਦੇ ਨਾਲ ਹੀ ਸੀਐਮ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਪਿਛਲੇ ਦਿਨੀ ਸਰਵਦਲੀਏ ਜੋ ਬੈਠਕ ਬੁਲਾਈ ਸੀ, ਸਰਵ ਪਾਰਟੀ ਮੀਟਿੰਗ ਬੁਲਾਈ ਸੀ, ਉਸ ਦੇ ਵਿੱਚ ਵੀ ਵੱਖ-ਵੱਖ ਜੋ ਡਿਸੀਜਨ ਲਏ ਗਏ ਉਹਨਾਂ ਦੇ ਵਿੱਚ ਚਾਹੀਦਾ ਸੀ ਕਿ ਇੱਕ ਦੋ ਮੁੱਦੇ ਜਿਹੜੇ ਇੰਪੋਰਟੈਂਟ ਮੁੱਦੇ ਸੀਗੇ ਉਹਨਾਂ ਨੂੰ ਵੀ ਰੱਖਿਆ ਜਾਣਾ ਚਾਹੀਦਾ ਸੀ, ਤੇ ਨਾਲ ਹੀ ਜੇ ਇਜਲਾਸ ਬੁਲਾ ਕੇ ਖੇਤੀਬਾੜੀ ਕਾਨੂੰਨ ਤੇ ਬੀਐਸਐਫ ਦਾ ਜੋ ਮਸਲਾ ਹੈ, ਦਾਇਰਾ ਵਧਾਉਣ ਵਾਲੇ ਮਸਲੇ ਤੇ ਦਰਅਸਲ ਇਹ ਮੀਟਿੰਗ ਹੋਈ ਸੀ। ਇਹ ਤਮਾਮ ਮੁੱਦੇ ਜੇ ਇਜਲਾਸ ਬੁਲਾ ਕੇ ਇਹ ਇਸ਼ੂ ਰੱਦ ਕੀਤੇ ਜਾਂਦੇ ਆ ਤਾਂ ਫਿਰ ਦੂਸਰੇ ਸਟੇਟਸ ਦੇ ਵਿੱਚ ਵੀ ਜਿੱਥੇ ਕਾਂਗਰਸ ਦੀ ਗਵਰਨਮੈਂਟ ਹੈ ਜਾਂ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ, ਉਹ ਵੀ ਸਟੇਟਸ ਜੇ ਇਹੋ ਜਿਹਾ ਫੈਸਲਾ ਲੈਂਦੇ ਤਾਂ ਸੁਪਰੀਮ ਕੋਰਟ ਨੂੰ ਵੀ ਸੋਚਣਾ ਪਏਗਾ ਔਰ ਉਸ ਤੋਂ ਪਹਿਲਾਂ ਹੋ ਸਕਦਾ ਹੈ, ਕਿਉਂਕਿ ਜਿਸ ਹਿਸਾਬ ਨਾਲ ਹੁਣ ਤੱਕ ਇਹ ਵਿਚਾਰ ਚਰਚਾ ਚੱਲ ਰਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੱਥ ਮਿਲਾਉਣਗੇ ਬੀਜੇਪੀ ਦੇ ਨਾਲ ਔਰ ਜੇ ਬੀਜੇਪੀ ਖੇਤੀਬਾੜੀ ਕਾਨੂੰਨ ਰੱਦ ਕਰਦੀ ਹੈ ਤਾਂ, ਪਰ ਕੈਪਟਨ ਅਮਰਿੰਦਰ ਸਿੰਘ ਦਾ ਵੀ ਕੁਝ ਨਹੀਂ ਬਣੇਗਾ ਪੰਜਾਬ ਦੇ ਵਿੱਚ, ਡਾਕਟਰ ਪਿਆਰੇ ਲਾਲ ਗਰਗ ਹੁਣੀ ਕਹਿ ਰਹੇ, ਕਿਉਂਕਿ 4.5 ਸਾਲ ਕੁਝ ਕੀਤਾ ਨਹੀਂ ਔਰ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਉਹਦੇ ਤੋਂ ਲਾਇਆ ਗਿਆ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨਿਰਾਸ਼ ਹੋ ਗਏ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਜੋ ਸਮਰਥਕ ਹੈ ਜਿਹੜੇ ਖਾਸਮ ਖਾਸ ਹੁੰਦੇ ਸੀ ਉਹ ਵੀ ਨਾਲ ਨਹੀਂ ਗਏ, ਤਾਂ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਪਾਰਟੀ ਬਣਾ ਲੈਣ ਪਰ ਪਾਰਟੀ ਦਾ ਬਣਦਾ ਕੁਝ ਨਜ਼ਰ ਨਹੀਂ ਆ ਰਿਹਾ। ਕੈਮਰਾ ਪਰਸਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।